Hello, dear aspirants. I welcome you all in this beautiful platform of Burma Academy. So, as you all know, ਆਪਾਂ ਜਿਹੜਾ ਇਸ ਪਲੇਟਫਾਰਮ ਦੇ ਉੱਤੇ free of cost ਇੰਗਲਿਸ਼ ਦਾ ਮਟੀਰੀਅਲ ਹੈ ਜਿਹੜਾ ਉਹ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਬੈਸਟ ਕੰਟੈਂਟ ਹੈ ਜਿਹੜਾ ਤਿਆਰ ਕੀਤਾ ਜਾ ਰਿਹਾ ਤਾਂ ਜੋ ਤੁਸੀਂ ਪੇਪਰ ਦੇ ਵਿੱਚ ਇਹਨਾਂ ਨੂੰ ਜਿਹੜਾ ਚੰਗੇ ਤਰੀਕੇ ਨਾਲ ਅਪਲਾਈ ਕਰ ਸਕੋ ਤੇ ਆਪਣੇ ਸਕੋਰ ਹੈ ਜਿਹੜੇ ਇੰਗਲਿਸ਼ ਦੇ ਵਿੱਚ ਉਹ ਇੰਪਰੂਵ ਕਰ ਸਕੋ ਇਨਹਾਂਸ ਕਰ ਸਕੋ ਹਾਂਜੀ ਤਾਂ ਆਪਾਂ ਜਿਹੜਾ ਪਿੱਛੇ ਕਨਸੈਪਟ ਕੀਤੇ ਹੈ ਨਾਉਨ ਪ੍ਰਨਾਉਨ ਦੇ ਟੌਪਿਕ ਆਪਣੀ ਕੰਪਲੀਟ ਹੋ ਗਏ ਸੀ ਗ੍ਰਾਮਰ ਪੋਰਸ਼ਨ ਦੇ ਵਿੱਚ ਆਪਾਂ ਐਡਜੈਕਟਿਵ ਦਾ ਪੋਰਸ਼ਨ ਸੀ ਜਿਹੜਾ ਉਹ ਸਟਾਰਟ ਕੀਤਾ ਸੀ ਐਗਜ਼ੈਕਟਲੀ ਦੀਆਂ ਪਿੱਛੇ ਆਪਾਂ 3 ਕਲਾਸਾਂ ਜਿਹੜੀਆਂ ਜੁਆਇਨ ਕਰ ਚੁੱਕੇ ਹਾਂ ਆਈ ਹੋਪ ਤੁਸੀਂ ਉਹ ਕਲਾਸਿਸ ਅਟੈਂਡ ਕੀਤੀਆਂ ਹੋਣ ਤੇ ਤੁਹਾਨੂੰ ਜਿਹੜੇ ਸਾਰੇ ਕਨਸੈਪਟ ਉਹ ਡਾਊਟ ਨਹੀਂ ਹੋਏਗਾ ਕਲੀਅਰ ਹੋਣਗੇ ਤਾਂ ਅੱਜ ਆ ਜਿਹੜੀ ਤੁਹਾਡੀ ਐਗਜ਼ੈਕਟਿਵ ਦੀ 4th ਕਲਾਸ ਹੈ ਅਗੇਨ ਆਪਾਂ ਕੀ ਕਰਨੇ ਆ ਕੁਝ ਕੁ ਬੇਸਿਕ ਕਨਸੈਪਟ ਹੈ ਜਿਹੜੇ ਐਡਜੈਕਟਿਵ ਦੇ ਸਿੱਖਣੇ ਆ ਜਿਵੇਂ ਆਪਾਂ ਪਿਛਲੀਆਂ 3 ਕਲਾਸਾਂ ਦੇ ਵਿੱਚ ਸਿੱਖੇ ਆਈ ਹੋਪ ਤੁਹਾਨੂੰ ਉਹ ਵਧੀਆ ਤਰੀਕੇ ਨਾਲ ਸਮਝ ਵੀ ਆਈ ਹੋਣੀ ਤੇ ਤੁਸੀਂ ਅਪਲਾਈ ਕਰਨੇ ਸਿੱਖ ਲਏ ਹੋਣਗੇ ਕਿਉਂਕਿ ਆਪਾਂ ਪ੍ਰੈਕਟਿਸ ਕੁਐਸਚਨ ਹੈ ਜਿਹੜੇ ਨਾਲ ਨਾਲ ਕਲਾਸ ਵਿੱਚ ਡਿਸਕਸ ਕਰਦੇ ਹਾਂ ਸੋ ਦੈਟ ਜਿੰਨੇ ਵੀ ਕੰਟੈਂਟ ਜਿਹੜਾ ਵੀ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਜਾਂ ਜਿੰਨੇ ਵੀ ਤੁਹਾਡੇ ਕੋਲ ਟੌਪਿਕ ਤੁਹਾਨੂੰ ਕਵਰ ਕਰਵਾਏ ਜਾ ਰਹੇ ਆ ਉਹਨਾਂ ਨੂੰ ਕੁਐਸਚਨ ਦੇ ਵਿੱਚ ਕਿਵੇਂ ਅਪਲਾਈ ਕਰਨਾ ਹੈ ਪੇਪਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਾਂ ਅਪਲਾਈ ਕਰਨਾ ਹੈ ਉਹ ਵਾਲੀ ਚੀਜ਼ਾਂ ਜਿਹੜੀ ਤੁਹਾਡੀ ਇੱਥੇ ਹੀ ਪਤਾ ਲੱਗ ਜਾਏ ਤੁਹਾਨੂੰ ਤੇ ਤੁਸੀਂ ਇਹ ਜਿਹੜੇ ਪੇਪਰ 'ਚ ਉਹਨਾਂ ਨੂੰ ਈਜ਼ੀਲੀ ਅਪਲਾਈ ਕਰਕੇ ਦੇਖ ਸਕੋ ਹਾਂਜੀ ਤਾਂ ਅੱਜ ਆਪਾਂ 4th ਕਲਾਸ ਹੈ ਜਿਹੜੀ ਜੁਆਇਨ ਕਰਨੀ ਹੈ ਦੈਟ ਇਜ਼ ਰਿਲੇਟਡ ਟੂ ਐਡਜੈਕਟਿਵਸ ਐਡਜੈਕਟਿਵ ਦੇ ਹੀ ਮੇਨ ਆਪਣੇ ਇੰਪੋਰਟੈਂਟ ਟੌਪਿਕਸ ਨੇ ਜਿਹੜੇ ਅੱਜ ਦੀ ਕਲਾਸ ਵਿੱਚ ਆਪਾਂ ਡਿਸਕਸ ਕਰਾਂਗੇ ਸੋ ਜਿਹੜੇ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਲਾਸ ਜੇ ਵਧੀਆ ਲੱਗੇ ਤਾਂ ਪਲੀਜ਼ ਲਾਈਕ ਤੇ ਆਪਣੇ ਫਰੈਂਡਸ ਦੇ ਨਾਲ ਇਹਨੂੰ ਸ਼ੇਅਰ ਜ਼ਰੂਰ ਹੈ ਜਿਹੜਾ ਆਪਾਂ ਕਰਨਾ ਹੈ ਹਾਂਜੀ ਤਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਐਡਜੈਕਟਿਵ ਦੇ ਉੱਤੇ ਹੀ ਹੋਏਗੀ ਫਰਸਟ ਕਨਸੈਪਟ ਹੈ ਜਿਹੜਾ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਹਾਂਜੀ while comparing two qualities of one person or one thing ਤਾਂ ਹੁਣ ਜਦੋਂ ਵੀ ਤੁਸੀਂ ਕੀ ਕਰੋਗੇ ਕੰਪੇਅਰ ਕਰ ਰਹੇ ਹੋ ਕੁਆਲਿਟੀਜ਼ ਨੂੰ ਸਭ ਸਿੰਪਲ ਕਹਿ ਸਕਦੇ ਹੋ ਜਦੋਂ ਕਿਸੇ ਦੋ ਕੁਆਲਿਟੀਜ਼ ਨੂੰ ਕਿਸੇ ਇੱਕ ਪਰਸਨ ਦੀਆਂ ਹੋਣ ਜਾਂ ਉਹ ਕਿਸੇ ਇੱਕ ਚੀਜ਼ ਦੀਆਂ ਹੋਣ ਤਾਂ ਉਹਨਾਂ ਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਤਾਂ ਤੁਸੀਂ ਕੀ ਯੂਜ਼ ਕਰੋਗੇ ਜੀ ਕੰਪੈਰੀਟਿਵ ਐਡਜੈਕਟਿਵ ਦਾ ਯੂਜ਼ ਕਰੋਗੇ ਪਰ ਕੰਪੈਰੀਟਿਵ ਐਡਜੈਕਟਿਵ ਹੁਣ ਆਪਾਂ ਕਿਵੇਂ ਕੀਤਾ ਹੈ ਕੁਝ ਆਪਣੇ ਕੋਲ ਕੰਪੈਰੀਟਿਵ ਐਡਜੈਕਟਿਵ ਸੀ ਜਿਹੜੇ ਆਪਾਂ ਮੋਰ ਦੇ ਨਾਲ ਸਟਾਰਟ ਕੀਤੇ ਸੀ ਜਿਵੇਂ ਮੋਰ ਬਿਊਟੀਫੁਲ ਮੋਰ ਇੰਟੈਲੀਜੈਂਟ ਤਾਂ ਇਸ ਤਰੀਕੇ ਨਾਲ ਆਪਣੇ ਕੋਲੇ ਮੋਰ ਵਰਡ ਯੂਜ਼ ਕਰਕੇ ਆਪਾਂ ਕੰਪੈਰੀਟਿਵ ਐਡਜੈਕਟਿਵ ਬਣਾਇਆ ਸੀ ਸੈਕਿੰਡ ਆਪਾਂ ਡਿਗਰੀ ਹੈ ਜਿਹੜੀ ਉਹਦੇ ਪਿੱਛੇ ਪੋਜ਼ਿਟਿਵ ਡਿਗਰੀ ਦੇ ਪਿੱਛੇ ਈਆਰ ਦਾ ਯੂਜ਼ ਕੀਤਾ ਸੀ ਇਹਦੇ ਨਾਲ ਵੀ ਜਿਹੜੇ ਆਪਣੇ ਕੋਲੇ ਸਿੰਪਲ ਕਹਿ ਸਕਦੇ ਕੰਪੈਰੀਟਿਵ ਐਡਜੈਕਟਿਵ ਆਪਾਂ ਯੂਜ਼ ਕੀਤੇ ਸੀ ਤਾਂ ਹੁਣ ਆਪਾਂ ਚੈੱਕ ਕੀ ਕਰਨਾ ਹੈ ਕਿ ਜਦੋਂ ਵੀ ਆਪਣੇ ਕੋਲੇ ਦੋ ਕੁਆਲਿਟੀਜ਼ ਨੂੰ ਕੰਪੇਅਰ ਕੀਤਾ ਜਾ ਰਿਹਾ ਤੇ ਉਹ ਦੋ ਕੁਆਲਿਟੀਜ਼ ਨੇ ਜਿਹੜੀਆਂ ਉਹ ਕਿਸੇ ਇੱਕ ਪਰਸਨ ਦੀਆਂ ਹੀ ਨੇ ਜਾਂ ਫਿਰ ਕਿਸੇ ਇੱਕ ਚੀਜ਼ ਨੂੰ ਹੀ ਡਿਨੋਟ ਕਰਕੇ ਜਿਹੜਾ ਉਹ ਕੁਆਲਿਟੀਜ਼ ਦਾ ਯੂਜ਼ ਕੀਤਾ ਜਾ ਰਿਹਾ ਤਾਂ ਤੁਸੀਂ ਕੀ ਕਰਨਾ ਹੈ ਕੰਪੈਰੀਟਿਵ ਐਡਜੈਕਟਿਵ ਦਾ ਯੂਜ਼ ਕਰਨਾ ਹੈ ਪਰ ਉਹ ਕੰਪੈਰੀਟਿਵ ਐਡਜੈਕਟਿਵ ਹੋਏਗਾ ਜਿਹੜਾ ਉਹ ਈਆਰ ਫਾਰਮ ਵਾਲਾ ਨਹੀਂ ਹੋਏਗਾ ਫਾਰ ਐਗਜ਼ਾਮਪਲ ਜਿਵੇਂ ਆਪਾਂ ਏਬਲ ਵਰਡ ਕੀਤਾ ਏਬਲ ਦੇ ਆਪਾਂ ਕੰਪੈਰੀਟਿਵ ਫਾਰਮ ਕੀ ਕੀਤਾ ਸੀ ਜੀ ਏਬਲ ਏਬਲ ਦੀ ਏਬਲਰ ਕੀਤੀ ਸੀ ਤੇ ਥਰਡ ਫਾਰਮ ਆਪਣੇ ਕੋਲੇ ਜਾਂ ਸਿੰਪਲ ਕਹਿ ਸਕਦੇ ਹੋ ਸੁਪਰਲੇਟਿਵ ਡਿਗਰੀ ਕੀ ਸੀ ਇਹਦੀ ਏਬਲੈਸਟ ਏਬਲ ਏਬਲਰ ਏਬਲੈਸ ਸੀ ਹੁਣ ਜੇ ਮੈਂ ਤੁਹਾਨੂੰ ਕਹਾਂਗੇ ਇਹ ਮੈਂ ਏਬਲ ਵਰਡ ਹੈ ਜਿਹੜਾ ਯੂਜ਼ ਕੀਤਾ ਹੈਗਾ ਕੰਪੇਅਰ ਕਰਨ ਵਾਸਤੇ ਕਿਸੇ ਇੱਕ ਪਰਸਨ ਦੀਆਂ ਦੋ ਕੁਆਲਿਟੀਜ਼ ਨੂੰ ਤਾਂ ਉੱਥੇ ਤੁਸੀਂ ਏਬਲਰ ਦਾ ਯੂਜ਼ ਨਹੀਂ ਕਰੋਗੇ ਉੱਥੇ ਤੁਸੀਂ ਯੂਜ਼ ਕਰੋਗੇ ਜੀ ਮੋਰ ਏਬਲ ਦਾ ਮੋਰ ਟੇਬਲ ਤੇ ਤਾਂ ਜਿਹੜੀ ਚੀਜ਼ ਤੁਸੀਂ ਨੋਟ ਕਰਨੀ ਹੈ ਉਹ ਇਹ ਹੈ ਕਿ ਜਦੋਂ ਤੁਹਾਡੇ ਕੋਲੇ ਦੋ ਕੁਆਲਿਟੀਜ਼ ਨੇ ਉਹ ਜਿਹੜੀਆਂ ਆਪਣੇ ਕੋਲੇ ਡਿਨੋਟ ਕਰ ਰਹੀਆਂ ਨੇ ਸਿਰਫ ਇੱਕ ਪਰਸਨ ਨੂੰ ਜਾਂ ਫਿਰ ਇੱਕੋ ਚੀਜ਼ ਦੇ ਲਈ ਉਹ ਜਿਹੜੀਆਂ ਦੋ ਕੁਆਲਿਟੀਜ਼ ਤੁਸੀਂ ਯੂਜ਼ ਕਰ ਰਹੇ ਹੋ ਐਡਜੈਕਟਿਵਸ ਦਾ ਦੋ ਐਡਜੈਕਟਿਵਸ ਦਾ ਯੂਜ਼ ਕਰ ਰਹੇ ਹੋ ਕਿਸੇ ਇੱਕ ਪਰਸਨ ਲਈ ਇੱਕ ਚੀਜ਼ ਦੇ ਲਈ ਤਾਂ ਤੁਸੀਂ ਕੀ ਕਰੋਗੇ ਉਹਨਾਂ ਦੇ ਨਾਲ ਈਆਰ ਡਿਗਰੀ ਵਾਲਾ ਕੰਪੈਰੀਟਿਵ ਐਡਜੈਕਟਿਵ ਯੂਜ਼ ਨਹੀਂ ਕਰੋਗੇ ਤੁਸੀਂ ਯੂਜ਼ ਕਰੋਗੇ ਵਰਡ ਮੋਰ ਦਾ ਦੈਨ ਯੂ ਹੈਵ ਟੂ ਯੂਜ਼ ਅ ਪੋਜ਼ਿਟਿਵ ਡਿਗਰੀ ਦੈਟ ਇਜ਼ ਏਬਲ ਜਿਵੇਂ ਆਪਾਂ ਇਸ ਵਾਲੇ ਫਰੇਜ਼ ਯੂਜ਼ ਕੀਤੀ ਹੈ ਮੋਰ ਏਬਲ ਏਬਲਰ ਦਾ ਯੂਜ਼ ਨਹੀਂ ਹੋਏਗਾ ਮੋਰ ਏਬਲ ਦਾ ਜਿਹੜਾ ਤੁਸੀਂ ਯੂਜ਼ ਕਰੋਗੇ ਭਾਵੇਂ ਕਿ ਏਬਲ ਦੀ ਸੈਕੰਡ ਕੰਪੈਰੀਟਿਵ ਡਿਗਰੀ ਹੈ ਜਿਹੜੀ ਤੁਹਾਡੇ ਕੋਲ ਏਬਲਰ ਹੁੰਦੀ ਹੈ ਇੱਥੇ ਤੁਸੀਂ ਮੋਰ ਦਾ ਯੂਜ਼ ਕੀਤਾ ਹੈ ਬਿਕਾਜ਼ ਤੁਹਾਡੇ ਕੋਲੇ ਦੋ ਕੁਆਲਿਟੀਜ਼ ਨਹੀਂ ਆ ਉਹ ਇੱਕੋ ਪਰਸਨ ਨੂੰ ਜਾਂ ਫਿਰ ਇੱਕੋ ਥਿੰਗ ਨੂੰ ਡਿਨੋਟ ਕਰਕੇ ਯੂਜ਼ ਕੀਤੀਆਂ ਜਾ ਰਹੀਆਂ ਸੋ ਤੁਸੀਂ ਯੂਜ਼ ਕਰੋਗੇ ਮੋਰ ਦੇ ਨਾਲ ਵਰਡ ਪੋਜ਼ਿਟਿਵ ਡਿਗਰੀ ਹੈ ਜਿਹੜੀ ਤੁਸੀਂ ਮੋਰ ਨਾਲ ਯੂਜ਼ ਕਰਨੀ ਹੈ ਆਈ ਹੋਪ ਤੁਹਾਨੂੰ ਕਨਸੈਪਟ ਪਤਾ ਲੱਗ ਗਿਆ ਹੋਊਗਾ ਹਾਂਜੀ ਤਾਂ ਹੁਣ ਦੇਖਦੇ ਹਾਂ ਆਪਾਂ ਇਹਨਾਂ ਨਾਲ ਰਿਲੇਟਡ ਕੁਐਸਚਨਸ ਹਾਂਜੀ ਟਰਾਈ ਕਰੋ ਦੋ ਕੁਐਸਚਨ ਨੇ ਤੁਹਾਡੇ ਕੋਲੇ ਤੁਸੀਂ ਸੋਲਵ ਕਰਨੇ ਆ ਅਗੇਨ ਤੁਹਾਡੇ ਕੋਲੇ ਜਿਹੜਾ ਪਿੱਛੇ ਆਪਾਂ ਕਨਸੈਪਟ ਡਿਸਕਸ ਕੀਤਾ ਹੈ ਕਿ ਜੇ ਦੋ ਕੁਆਲਿਟੀਜ਼ ਨੇ ਸੇਮ ਪਰਸਨ ਨੂੰ ਡਿਨੋਟ ਕਰ ਰਹੀਆਂ ਨੇ ਤਾਂ ਤੁਸੀਂ ਉੱਥੇ ਕੀ ਯੂਜ਼ ਕਰੋਗੇ ਈਆਰ ਵਾਲਾ ਜਿਹੜਾ ਆਪਣੇ ਕੋਲੇ ਕੰਪੈਰੀਟਿਵ ਫਾਰਮ ਹੈ ਉਹ ਯੂਜ਼ ਨਹੀਂ ਕਰੋਗੇ ਤੁਸੀਂ ਯੂਜ਼ ਕਰੋਗੇ ਮੋਰ ਦੇ ਨਾਲ ਪੋਜ਼ਿਟਿਵ ਡਿਗਰੀ ਹਾਂਜੀ ਤਾਂ ਚੈੱਕ ਕਰੋ ਦੋ ਕੁਐਸਚਨ ਨੇ ਪਹਿਲਾਂ ਇਹਨਾਂ ਨੂੰ ਤੁਸੀਂ ਸੋਲਵ ਕਰੋਗੇ ਫਿਰ ਮੈਂ ਤੁਹਾਨੂੰ ਜਿਹੜਾ ਇਹਨਾਂ ਦੇ ਆਨਸਰ ਡਿਪਿਕਟ ਕਰ ਦੇਵਾਂਗੀ ਹਾਂਜੀ ਫਰਸਟ ਕੁਐਸਚਨ she is wiser than beautiful and ਦੀ ਪਾਰਟ ਹੈ ਤੁਹਾਡੇ ਕੋਲੇ no error ਤਾਂ ਹੁਣ ਇਹ ਤੁਹਾਡੇ ਕੋਲੇ ਦੋ ਕੁਐਸਚਨ ਨੇ ਦੋਨਾਂ ਦੇ ਵਿੱਚ ਤੁਹਾਨੂੰ ਚਾਰ ਪਾਰਟ ਦਿੱਤੇ ਹੋਏ ਆ ਫਰਸਟ ਦੇ ਵਿੱਚ A B C ਔਰ D ਹੈ ਸਿਮਿਲਰਲੀ ਸੈਕੰਡ ਦੇ ਵਿੱਚ ਵੀ ਤੁਹਾਡੇ ਕੋਲੇ A B C ਤੇ D ਪਾਰਟ ਦਿੱਤੇ ਆ ਇਟ ਮੀਨਸ ਤੁਸੀਂ ਕੀ ਕਰਨਾ ਹੈ ਐਰਰ ਸਪੌਟ ਕਰਨੀ ਹੈ ਸੈਕੰਡ ਥਿੰਗ ਜਿਹੜੀ ਆਪਾਂ ਕਰਨੀ ਹੁੰਦੀ ਆ ਉਹ ਹੁੰਦੀ ਹੈ ਜੀ ਐਰਰ ਨੂੰ ਕਰੈਕਟ ਕਰਨਾ ਸੋ ਐਰਰ ਡਿਟੈਕਸ਼ਨ ਪਲੱਸ ਐਰਰ ਕਰੈਕਸ਼ਨ ਦੋਨੋਂ ਕੁਐਸਚਨ ਜਿਹੜੇ ਤੁਸੀਂ ਇੱਥੇ ਸੋਲਵ ਕਰਨੇ ਫਰਸਟ ਕੁਐਸਚਨ ਚੈੱਕ ਕਰੋਗੇ she is wiser than beautiful ਹੁਣ ਆਪਾਂ ਨੂੰ ਪਤਾ ਲੱਗ ਗਿਆ ਵਰਡ than ਯੂਜ਼ ਕੀਤਾ ਹੋਇਆ ਇਟ ਮੀਨਸ ਕੀ ਕੀਤਾ ਜਾ ਰਿਹਾ ਕੰਪੈਰੀਜ਼ਨ ਕੀਤਾ ਜਾ ਰਿਹਾ
ਕੰਪੈਰੀਜ਼ਨ ਦੇ ਲਈ ਆਪਾਂ ਵਰਡ ਦੈਨ ਦਾ ਯੂਜ਼ ਕਰਦੇ ਹਾਂ। ਇਹ ਆਪਾਂ ਪਿੱਛੇ ਬਹੁਤ ਵਾਰ ਹੈ ਜਿਹੜਾ ਵਰਡ ਯੂਜ਼ ਕੀਤਾ ਦੈਨ ਦਾ ਯੂਜ਼ ਕੀਤਾ ਤੇ ਇੱਥੇ ਦੇਖਿਆ ਵੀ ਹੈ ਕਿ ਕੰਪੈਰੀਜ਼ਨ ਦੇ ਲਈ ਹੀ ਯੂਜ਼ ਕੀਤਾ ਜਾਂਦਾ। ਸੋ ਇਹਦੇ ਵਿੱਚ ਤਾਂ ਤੁਹਾਨੂੰ ਕਿਸੇ ਨੂੰ ਡਾਊਟ ਨਹੀਂ ਹੋਣਾ ਕਿ ਦੈਨ ਵਰਡ ਹੈ ਜਿਹੜਾ ਉਹ ਕੰਪੈਰੀਜ਼ਨ ਨੂੰ ਡਿਨੋਟ ਕਰਨ ਦੇ ਲਈ ਯੂਜ਼ ਕੀਤਾ ਜਾਂਦਾ। ਸਿਮਿਲਰਲੀ ਤੁਹਾਡੇ ਕੋਲ ਹੁਣ ਤੁਸੀਂ ਦੇਖੋਗੇ ਕਿ ਇੱਥੇ ਹੋਰ ਕਿਸੇ ਦੋ ਚੀਜ਼ਾਂ ਨੂੰ ਤਾਂ ਕੰਪੇਅਰ ਨਹੀਂ ਕੀਤਾ ਜਾ ਰਿਹਾ। ਵਰਡ ਇਕੱਲਾ ਸ਼ੀ ਹੈ ਜਿਹਦੇ ਵਾਸਤੇ ਆਪਾਂ ਵਾਈਸਰ ਐਂਡ ਬਿਊਟੀਫੁਲ ਯੂਜ਼ ਕੀਤਾ ਹੈ। ਜੇ ਤਾਂ ਇੱਥੇ ਤੁਹਾਡੇ ਕੋਲ ਹੋਰ ਆਬਜੈਕਟ ਹੁੰਦਾ ਜਾਂ ਸਿੰਪਲ ਤੁਸੀਂ ਕਹਿ ਸਕਦੇ ਹੋ ਸ਼ੀ ਨੂੰ ਕਿਸੇ ਹੋਰ ਨਾਲ ਕੰਪੇਅਰ ਕੀਤਾ ਜਾ ਰਿਹਾ ਹੁੰਦਾ, ਫਿਰ ਤੁਸੀਂ ਕੰਪੈਰੀਟਿਵ ਡਿਗਰੀਜ਼ ਦਾ ਹੀ ਯੂਜ਼ ਕਰਨਾ ਸੀ, ਵਾਈਜ਼ਰ ਦਾ ਯੂਜ਼ ਕਰ ਸਕਦੇ ਸੀ। ਐਸੇ ਤੁਸੀਂ ਬਿਊਟੀਫੁਲ ਦੀ ਥਾਂ ਤੇ ਕੁਝ ਹੋਰ ਹੈ ਜਿਵੇਂ ਜਿਸ ਤਰੀਕੇ ਨਾਲ ਯੂਜ਼ ਕਰੋਗੇ ਤਾਂ ਹੁਣ ਇੱਥੇ ਆਪਣੇ ਕੋਲੇ ਕੀ ਹੈ, ਸੇਮ ਸ਼ੀ ਵਰਡ ਯੂਜ਼ ਦਿੱਤਾ ਹੋਇਆ। ਸ਼ੀ ਦੇ ਲਈ ਹੀ ਆਪਾਂ ਵਾਈਜ਼ਰ ਯੂਜ਼ ਕੀਤਾ ਹੈ, ਸ਼ੀ ਦੇ ਲਈ ਹੀ ਆਪਾਂ ਬਿਊਟੀਫੁਲ ਯੂਜ਼ ਕੀਤਾ ਹੈ। ਤਾਂ ਦੋ ਕੁਆਲਿਟੀਜ਼ ਨੇ, ਵਾਈਜ਼ਰ ਵੀ ਇੱਕ ਐਡਜੈਕਟਿਵ ਹੈ ਤੇ ਬਿਊਟੀਫੁਲ ਵੀ ਇੱਕ ਐਡਜੈਕਟਿਵ ਫਾਰਮ ਹੈ, ਤੇ ਦੋਨਾਂ ਨੂੰ ਯੂਜ਼ ਕੀਤਾ ਜਾ ਰਿਹਾ ਹੈ ਸਿੰਗਲ ਵਰਡ ਦੇ ਲਈ, ਸਿੰਗਲ ਪਰਸਨ ਦੇ ਲਈ। ਵਨ ਪਰਸਨ ਦੇ ਲਈ ਆਪਾਂ ਦੋ ਕੁਆਲਿਟੀਜ਼ ਨੇ ਜਿਹੜੀਆਂ ਉਹ ਯੂਜ਼ ਕੀਤੀਆਂ, ਤਾਂ ਉਹ ਦੋਨੇ ਕੀ ਹੋਣੀਆਂ ਚਾਹੀਦੀਆਂ, ਤੁਸੀਂ ਚੈੱਕ ਕਰੋਗੇ ਕਿ ਜੇ ਤੁਹਾਡੇ ਕੋਲੇ ਕੰਪੈਰੀਟਿਵ ਫਾਰਮ ਯੂਜ਼ ਕੀਤੀ ਹੋਈ ਹੈ ਤਾਂ ਉਹ ਕੰਪੈਰੀਟਿਵ ਫਾਰਮ ਹੋਏਗੀ ਤੁਹਾਡੇ ਕੋਲੇ ਪਲੱਸ ਮੋਰ ਦੇ ਨਾਲ, ਤਾਂ ਮੋਰ ਦੇ ਨਾਲ ਤੁਸੀਂ ਇਹ ਜਿਹੜਾ ਉਹ ਯੂਜ਼ ਕਰੋਗੇ। ਹੁਣ ਇੱਥੇ ਵਾਈਜ਼ਰ ਵਰਡ ਯੂਜ਼ ਕੀਤਾ ਹੋਇਆ ਤਾਂ ਵਾਈਜ਼ਰ ਨਹੀਂ ਆਏਗਾ, ਈਆਰ ਦੇ ਨਾਲ ਕੰਪੈਰੀਟਿਵ ਫਾਰਮ ਯੂਜ਼ ਨਹੀਂ ਹੋਏਗੀ, ਇੱਥੇ ਬਣੇਗਾ ਇਹ ਮੋਰ ਵਾਈਸ, ਮੋਰ ਵਾਈਸ ਦੈਨ ਬਿਊਟੀਫੁਲ। ਸੋ ਬੀ ਪਾਰਟ ਦੇ ਵਿੱਚ ਤੁਸੀਂ ਐਰਰ ਕੀਤੀ ਹੈ ਤੇ ਐਰਰ ਕੀ ਹੈ ਕਿ ਜੇ ਤੁਹਾਡੇ ਕੋਲੇ ਕੰਪੈਰੀਜ਼ਨ ਕੀਤਾ ਜਾ ਰਿਹਾ ਹੈ ਇੱਕੋ ਚੀਜ਼ ਦੇ ਨਾਲ ਰਿਲੇਟਡ ਦੋ ਕੁਆਲਿਟੀਜ਼ ਨੇ ਜਾਂ ਕਿਸੇ ਇੱਕ ਚੀਜ਼ ਨੂੰ ਡਿਨੋਟ ਕਰ ਰਹੀਆਂ ਦੋ ਕੁਆਲਿਟੀਜ਼ ਨੇ, ਕੰਪੈਰੀਜ਼ਨ ਦੇ ਲਈ ਯੂਜ਼ ਕੀਤੀਆਂ ਨੇ, ਤਾਂ ਤੁਸੀਂ ਉਹਨਾਂ ਜਿਹੜੀਆਂ ਕੰਪੈਰੀਜ਼ਨ ਦੇ ਲਈ ਯੂਜ਼ ਕੀਤੇ ਹੋਏ ਐਡਜੈਕਟਿਵ ਫਾਰਮਸ ਨੇ ਉਹਨਾਂ ਨੂੰ ਮੋਰ ਦੇ ਨਾਲ ਯੂਜ਼ ਕਰੋਗੇ, ਨਾ ਕਿ ਤੁਸੀਂ ਸਿੰਪਲ ਈਆਰ ਵਾਲੀ ਜਿਹੜੀ ਫਾਰਮ ਹੈ ਉਹ ਯੂਜ਼ ਕਰੋਗੇ। ਤਾਂ ਹੁਣ ਇੱਥੇ ਵਾਈਜ਼ਰ ਹੈ, ਇੱਥੇ ਯੂਜ਼ ਹੋਏਗਾ ਜੀ ਮੋਰ ਵਾਈਜ਼। ਸੋ ਬੀ ਪਾਰਟ ਦੇ ਵਿੱਚ ਐਰਰ ਸੀ। ਆਈ ਹੋਪ ਤੁਹਾਡਾ ਇਹ ਵਾਲਾ ਕੁਐਸਚਨ ਹੈ ਜਿਹੜਾ ਸੋਲਵ ਹੋ ਗਿਆ ਹੋਗਾ। ਸੈਕੰਡ ਦੇਖੋ, she is prettier than clever। ਹੁਣ ਅਗੇਨ ਤੁਸੀਂ ਚੈੱਕ ਕਰਨਾ ਹੈ ਕਿ ਤੁਹਾਡੇ ਕੋਲੇ ਸੇਮ ਵਾਲਾ ਕੰਸੈਪਟ ਲੱਗ ਰਿਹਾ ਜਿਹੜਾ ਆਪਾਂ ਪਿੱਛੇ ਡਿਸਕਸ ਕੀਤਾ। ਦੇਖੋ ਜੀ, she is prettier than clever, ਤਾਂ ਤੁਹਾਨੂੰ ਪਤਾ ਲੱਗ ਗਿਆ ਐਰਰ ਕਿੱਥੇ ਹੈ, ਬੀ ਪਾਰਟ ਦੇ ਵਿੱਚ ਹੈ। ਹੁਣ ਬੀ ਪਾਰਟ ਦੇ ਵਿੱਚ ਐਰਰ ਹੈ ਤੇ ਕਰੈਕਸ਼ਨ ਕੀ ਹੋਏਗੀ, ਐਰਰ ਆਪਾਂ ਈਜ਼ੀਲੀ ਸਪੌਟ ਕਰ ਲੈਂਦੇ ਹਾਂ ਬਟ ਕਰੈਕਸ਼ਨ ਦਾ ਕੰਮ ਹੈ ਜਿਹੜਾ ਥੋੜਾ ਜਿਹਾ ਕਹਿ ਸਕਦੇ ਹਾਂ ਟ੍ਰਿਕੀ ਹੁੰਦਾ ਹੈ, ਔਖਾ ਹੁੰਦਾ ਹੈ, ਬਿਕੋਜ਼ ਉਹਦੇ ਵਾਸਤੇ ਤੁਹਾਨੂੰ ਕੰਸੈਪਟ ਦਾ ਪੱਕਾ ਪਤਾ ਹੋਣਾ ਜ਼ਰੂਰੀ ਹੈ, ਫਿਰ ਹੀ ਤੁਸੀਂ ਕਰੈਕਟ ਕਰ ਪਾਓਗੇ। ਹੁਣ ਦੇਖੋ, she is prettier than clever, ਕਿਹਦੇ ਵਾਸਤੇ ਆਪਾਂ ਵਰਡ ਪ੍ਰੀਟੀ ਯੂਜ਼ ਕੀਤਾ ਜਾਂ ਕਲੈਵਰ ਯੂਜ਼ ਕੀਤਾ। ਹੁਣ ਪ੍ਰੀਟੀਅਰ ਵੀ ਇੱਕ ਐਡਜੈਕਟਿਵ ਫਾਰਮ ਹੈ, ਸੁੰਦਰ ਕਹਿ ਲੈਂਦੇ ਹਾਂ ਜਿਹਨੂੰ ਆਪਾਂ, ਕਲੈਵਰ ਵੀ ਇੱਕ ਜਿਹੜੀ ਆਪਣੇ ਕੋਲ ਐਡਜੈਕਟਿਵ ਫਾਰਮ ਹੈ ਜਿਹਦੇ ਵਾਸਤੇ ਆਪਾਂ ਚਲਾਕ ਵਰਡ ਯੂਜ਼ ਕਰ ਲੈਣਾ। ਦੋਨੋਂ ਕੀ ਨੇ, ਐਡਜੈਕਟਿਵਸ ਨੇ। ਯੂਜ਼ ਕਿਹਦੇ ਲਈ ਕੀਤੇ ਜਾ ਰਹੇ ਆ, ਸ਼ੀ ਦੇ ਲਈ, ਮਤਲਬ ਕਿ ਸਿੰਗਲ ਪਰਸਨ ਦੇ ਲਈ ਦੋ ਕੁਆਲਿਟੀਜ਼ ਦਾ ਯੂਜ਼ ਕੀਤਾ ਹੋਇਆ। ਤੇ ਤੁਹਾਨੂੰ ਦੱਸਿਆ ਕਿ ਜੇ ਦੋ ਕੁਆਲਿਟੀਜ਼ ਯੂਜ਼ ਕੀਤੀਆਂ ਜਾ ਰਹੀਆਂ ਫॉर ਸਿੰਗਲ ਪਰਸਨ, ਸਿੰਗਲ ਥਿੰਗ ਦੇ ਲਈ, ਵਨ ਪਰਸਨ ਦੇ ਲਈ, ਤਾਂ ਤੁਸੀਂ ਉਹਦੇ ਵਾਸਤੇ ਕੀ ਯੂਜ਼ ਕਰਨਾ ਹੁੰਦਾ ਹੈ, ਮੋਰ ਦੇ ਨਾਲ ਪੋਜ਼ਿਟਿਵ ਡਿਗਰੀ ਦਾ ਯੂਜ਼ ਕਰਨਾ ਹੈ, ਨਾ ਕਿ ਤੁਸੀਂ ਯੂਜ਼ ਕਰੋਗੇ ਈਆਰ ਦੇ ਨਾਲ ਆਪਣੇ ਕੋਲੇ ਕੰਪੈਰੀਟਿਵ ਡਿਗਰੀ। ਤਾਂ ਤੁਹਾਡੇ ਕੋਲੇ ਪ੍ਰੀਟੀਅਰ ਵਰਡ ਦਿੱਤਾ ਹੋਇਆ ਜੋ ਕਿ ਰੋਂਗ ਹੈ, ਤੁਸੀਂ ਯੂਜ਼ ਕਰੋਗੇ more pretty, more pretty than clever। ਤਾਂ ਤੁਹਾਡੇ ਕੋਲ ਕੀ ਆਏਗਾ, ਸੈਂਟੈਂਸ ਬਣੇਗਾ she is more pretty than clever। ਆਈ ਹੋਪ ਤੁਹਾਡਾ ਇਹ ਵਾਲਾ ਕੁਐਸਚਨ ਜਿਹੜਾ ਸੋਲਵ ਹੋ ਗਿਆ ਹੋਏਗਾ, ਕੰਸੈਪਟ ਪਤਾ ਲੱਗ ਗਿਆ ਹੋਏਗਾ। ਤਾਂ ਹੁਣ ਕੰਸੈਪਟ ਕੀ ਹੈ ਇੱਕ ਵਾਰ ਦੁਬਾਰਾ ਦੇਖੋ। ਹਾਂਜੀ, ਤਾਂ while comparing the two qualities of one person or one thing, the comparative adjective ending in er should be used as more plus positive degree। ਤਾਂ ਤੁਹਾਡੇ ਕੋਲ ਕੀ ਹੋਏਗਾ, ਤੁਸੀਂ ਯੂਜ਼ ਕਰੋਗੇ more plus positive degree। ਪੋਜ਼ਿਟਿਵ ਡਿਗਰੀ ਹੋਏਗੀ ਤੁਹਾਡੀ ਐਡਜੈਕਟਿਵ ਦੀ ਜਿਹੜੀ ਤੁਸੀਂ ਯੂਜ਼ ਕਰਨੀ ਹੈ ਵਿਦ ਵਰਡ ਮੋਰ ਦੇ ਨਾਲ, ਨਾ ਕਿ ਤੁਸੀਂ ਈਆਰ ਦੇ ਨਾਲ ਹੈ ਜਿਹੜਾ ਯੂਜ਼ ਕਰੋਗੇ। ਜੁਮਲੇ ਦੀ ਜਿੰਨਾ ਆਪਾਂ ਪਿੱਛੇ ਕਰਕੇ ਆਈ ਹਾਂ ਵਾਈਸ ਵਰਡ, ਵਾਈਸ, ਵਾਈਜ਼ਰ, ਵਾਈਜ਼ੈਸਟ ਹੁੰਦਾ ਹੈ, ਵਾਈਜ਼ੈਸਟ। ਤਾਂ ਇਸ ਤਰੀਕੇ ਨਾਲ ਬਣਦੀ ਹੈ ਇਹ ਵਾਲੀ ਡਿਗਰੀ। ਆਪਾਂ ਪੋਜ਼ਿਟਿਵ ਡਿਗਰੀ ਵਾਸਤੇ ਵਾਈਜ਼ਰ ਆਪਾਂ ਸੈਕੰਡ ਡਿਗਰੀ ਜਾਂ ਕੰਪੈਰੀਟਿਵ ਡਿਗਰੀ ਲਈ ਯੂਜ਼ ਕਰਦੇ ਹਾਂ, ਤੇ ਵਾਈਜ਼ੈਸਟ ਹੈ ਜਿਹੜਾ ਆਪਾਂ ਯੂਜ਼ ਕਰਦੇ ਹਾਂ ਫॉर ਥਰਡ ਡਿਗਰੀ ਔਰ ਸੁਪਰਲੇਟਿਵ ਡਿਗਰੀ। ਤਾਂ ਤੁਹਾਡੇ ਕੋਲੇ ਵਰਡ ਵਾਈਸ ਦਾ ਵਾਈਸਰ ਬਣਦਾ ਕੰਪੈਰੀਟਿਵ ਡਿਗਰੀ, ਬਟ ਜਦੋਂ ਤੁਸੀਂ ਦੋ ਕੁਆਲਿਟੀਜ਼ ਨੂੰ ਕੰਪੇਅਰ ਕਰ ਰਹੇ ਹੋ ਤਾਂ ਤੁਸੀਂ ਵਾਈਸਰ ਦਾ ਯੂਜ਼ ਨਾ ਕਰਕੇ ਕੀ ਯੂਜ਼ ਕਰੋਗੇ, ਮੋਰ ਵਾਈਸ ਦਾ ਯੂਜ਼ ਹੈ ਜਿਹੜਾ ਤੁਸੀਂ ਕਰੋਗੇ। ਆਈ ਹੋਪ ਤੁਹਾਡਾ ਕੰਸੈਪਟ ਕਲੀਅਰ ਹੋਏਗਾ। ਮੋਸਟ ਇੰਪੋਰਟੈਂਟ ਕੰਸੈਪਟ ਹੈ, ਸੋ ਇਹਨੂੰ ਜਿਹੜਾ ਧਿਆਨ ਨਾਲ ਤੁਸੀਂ ਸੋਲਵ ਕਰਨਾ, ਟਰਾਈ ਕਰਨਾ ਇਹਦੇ ਨਾਲ ਰਿਲੇਟਡ ਕੁਐਸਚਨ ਨੂੰ ਸੋਲਵ ਕਰਨ ਦਾ। ਹਾਂਜੀ, ਅੱਗੇ ਦੇਖੋ ਨੈਕਸਟ ਕੰਸੈਪਟ ਸਕਰੀਨ ਤੇ ਤੁਹਾਨੂੰ ਸੈਕੰਡ ਕੰਸੈਪਟ ਹੈ ਜਿਹੜਾ ਸ਼ੋ ਹੋ ਰਿਹਾ ਹੈ। ਇਫ ਟੂ ਐਡਜੈਕਟਿਵਸ ਕੁਆਲੀਫਾਈ ਦਾ ਸੇਮ ਨਾउन both the adjectives should be expressed in the same degree। ਤਾਂ ਹੁਣ ਕੀ ਡਿਫਰੈਂਸ ਹੈ ਉੱਪਰਲੇ ਵਾਲੇ ਕੰਸੈਪਟ ਦੇ ਵਿੱਚ ਪਲੱਸ ਸੈਕੰਡ ਵਾਲੇ ਇਸ ਕੰਸੈਪਟ ਦੇ ਵਿੱਚ। ਦੇਖੋ ਜੀ, ਆਪਾਂ ਉੱਥੇ ਵੀ ਦੋ ਐਡਜੈਕਟਿਵ ਹੀ ਯੂਜ਼ ਕੀਤੇ ਸੀ, ਦੋ ਹੀ ਕੁਆਲਿਟੀਜ਼ ਯੂਜ਼ ਕੀਤੀਆਂ ਸੀ, ਬਟ ਉੱਥੇ ਜਿਹੜੀਆਂ ਕੁਆਲਿਟੀਜ਼ ਯੂਜ਼ ਕੀਤੀਆਂ ਜਾ ਰਹੀਆਂ ਸੀ ਉਹ ਸਿੰਗਲ ਪਰਸਨ ਦੇ ਲਈ ਸੀ। ਸਿੰਗਲ ਪਰਸਨ ਹੋਣਾ ਚਾਹੀਦਾ ਹੈ, ਸਿੰਗਲ ਥਿੰਗ ਹੋਣੀ ਚਾਹੀਦੀ ਹੈ, ਇੱਕੋ ਚੀਜ਼ ਹੋਣੀ ਚਾਹੀਦੀ ਹੈ, ਤਾਂ ਇੱਕੋ ਪਰਸਨ ਦੇ ਲਈ ਆਪਾਂ ਦੋ ਕੁਆਲਿਟੀਜ਼ ਨੂੰ ਯੂਜ਼ ਕੀਤਾ ਸੀ ਪਿੱਛੇ ਵਾਲੇ ਕੰਸੈਪਟ ਦੇ ਵਿੱਚ। ਬਟ ਇੱਥੇ ਤੁਹਾਡੇ ਕੋਲ ਕੀ ਹੈ, ਅਗੇਨ
ਕੁਆਲਿਟੀਜ਼ ਦੋ ਨੇ, ਟੂ ਐਡਜੈਕਟਿਵਸ ਨੇ, ਬਟ ਜਿਹੜੇ ਕੀਤੇ ਜਾ ਰਹੇ ਆ, ਯੂਜ਼ ਕੀਤੇ ਜਾ ਰਹੇ ਆ, ਉਹ ਤੁਹਾਡੇ ਕੋਲੇ ਨਾउन ਦੇ ਲਈ ਯੂਜ਼ ਕੀਤੇ ਜਾ ਰਹੇ ਆ, ਸੇਮ ਨਾउन ਦੇ ਲਈ ਯੂਜ਼ ਕੀਤੇ ਜਾ ਰਹੇ ਆ। ਬੋਥ ਐਡਜੈਕਟਿਵਸ ਸ਼ੁੱਡ ਬੀ ਐਕਸਪ੍ਰੈਸਡ ਇਨ ਦਾ ਸੇਮ ਡਿਗਰੀ। ਤਾਂ ਇਹਦੇ ਵਿੱਚ ਹੋਣੇ ਚਾਹੀਦੇ ਸੇਮ ਡਿਗਰੀ ਦੇ ਵਿੱਚ। ਮੀਨਿੰਗ ਕੀ ਹੈ, ਜੇ ਤੁਹਾਡੇ ਕੋਲੇ ਪਹਿਲਾ ਵਾਲਾ ਯੂਜ਼ ਕੀਤਾ ਹੋਇਆ ਆਪਣੇ ਕੋਲੇ ਐਡਜੈਕਟਿਵ ਪੋਜ਼ਿਟਿਵ ਡਿਗਰੀ ਦੇ ਵਿੱਚ ਹੈ, ਤੇ ਜੇ ਤੁਸੀਂ ਸੈਕੰਡ ਐਡਜੈਕਟਿਵ ਯੂਜ਼ ਕਰ ਰਹੇ ਹੋ ਤਾਂ ਉਹ ਵੀ ਪੋਜ਼ਿਟਿਵ ਡਿਗਰੀ ਚ ਹੋਣਾ ਚਾਹੀਦਾ ਹੈ। ਜੇ ਪਹਿਲਾ ਯੂਜ਼ ਕੀਤਾ ਹੋਇਆ ਤੁਹਾਡੇ ਕੋਲੇ ਐਡਜੈਕਟਿਵ ਕੰਪੈरेटिव डिग्री च है तो तुसी सैकंड ਜਿਹੜਾ ਐਡਜੈਕਟਿਵ ਯੂਜ਼ ਕਰੋਗੇ ਉਹ ਵੀ ਕੰਪੈरेटिव डिग्री ਚ ਹੋਏਗਾ। ਤੇ ਜੇ ਪਹਿਲਾ ਯੂਜ਼ ਕੀਤਾ ਹੋਇਆ ਐਡਜੈਕਟਿਵ ਤੁਹਾਡੇ ਕੋਲੇ ਸੁਪਰਲੇਟਿਵ ਡਿਗਰੀ ਚ ਹੈ, ਤੇ ਜਿਹੜਾ ਤੁਸੀਂ ਸੈਕੰਡ ਐਡਜੈਕਟਿਵ ਯੂਜ਼ ਕਰੋਗੇ ਉਹ ਵੀ ਕੀ ਹੋਏਗਾ, ਸੁਪਰਲੇਟਿਵ ਡਿਗਰੀ ਦੇ ਵਿੱਚ ਹੋਏਗਾ। ਤਾਂ ਇਹ ਛੋਟਾ ਜਿਹਾ ਡਿਫਰੈਂਸ ਹੈ ਦੋਨੋਂ ਕਨਸੈਪਟ ਦੇ ਵਿੱਚ। ਉੱਥੇ ਤੁਹਾਡੇ ਕੋਲੇ ਸਿੰਗਲ ਪਰਸਨ ਸਿੰਗਲ ਥਿੰਗ ਦੇ ਲਈ ਤੁਸੀਂ ਦੋ ਕੁਆਲਿਟੀਜ਼ ਯੂਜ਼ ਕੀਤੀਆਂ ਸੀ, ਇੱਥੇ ਤੁਹਾਡੇ ਕੋਲ ਕੁਆਲਿਟੀਜ਼ ਯੂਜ਼ ਕੀਤੀਆਂ ਜਾ ਰਹੀਆਂ, ਬਟ ਉੱਥੇ ਕੰਪੈਰੀਜ਼ਨ ਹੋਊਗਾ। ਦੋ ਅਲੱਗ-ਅਲੱਗ ਪਰਸਨ ਹੋਣਗੇ, ਉਹਨਾਂ ਦੇ ਲਈ ਤੁਸੀਂ ਕੰਪੈਰੀਜ਼ਨ ਵਰਡ ਯੂਜ਼ ਕਰੋਗੇ, ਤੇ ਕੰਪੈਰੀਜ਼ਨ ਕਿਵੇਂ ਹੋਊਗਾ, ਤੁਹਾਡੇ ਕੋਲੇ ਸੇਮ ਡਿਗਰੀ ਦਾ ਯੂਜ਼ ਕੀਤਾ ਜਾਊਗਾ। ਜੇ ਪਹਿਲਾਂ ਵਾਲੀ ਡਿਗਰੀ ਪੋਜ਼ਿਟਿਵ ਹੈ ਤਾਂ ਤੁਸੀਂ ਸੈਕੰਡ ਡਿਗਰੀ ਵੀ ਪੋਜ਼ਿਟਿਵ ਯੂਜ਼ ਕਰੋਗੇ। ਪਹਿਲਾਂ ਡਿਗਰੀ ਜੇ ਕੰਪੈरेटिव ਯੂਜ਼ ਕੀਤੀ ਹੈ ਤਾਂ ਤੁਸੀਂ ਸੈਕੰਡ ਡਿਗਰੀ ਵੀ ਕੰਪੈरेटिव ਯੂਜ਼ ਕਰੋਗੇ। ਤੇ ਤੁਹਾਡੀ ਪਹਿਲਾਂ ਵਾਲੀ ਡਿਗਰੀ ਸੁਪਰਲੇਟਿਵ ਯੂਜ਼ ਕੀਤੀ ਹੈ ਤਾਂ ਤੁਸੀਂ ਸੈਕੰਡ ਡਿਗਰੀ ਹੈ ਜਿਹੜੀ ਉਹ ਵੀ ਸੁਪਰਲੇਟਿਵ ਹੀ ਯੂਜ਼ ਕਰਨੀ ਹੈ। ਤਾਂ ਹੁਣ ਦੇਖਦੇ ਹਾਂ ਇਸੇ ਵਾਲੇ ਕਨਸੈਪਟ ਨੂੰ ਬੇਸ ਦੇ ਥਰੂ ਐਗਜ਼ਾਮਪਲਸ। ਹਾਂਜੀ, ਤਾਂ ਕੁਐਸਚਨ ਨੇ ਤੁਹਾਡੇ ਕੋਲੇ ਥਰਡ ਤੇ ਫੋਰਥ, ਟਰਾਈ ਕਰੋ। ਉੱਪਰ ਜਿਹੜਾ ਆਪਾਂ ਕਨਸੈਪਟ ਕੀਤਾ ਉਹੀ ਕਨਸੈਪਟ ਹੈ ਜਿਹੜਾ ਤੁਸੀਂ ਇੱਥੇ ਲਾਉਣਾ ਹੈ। ਦੇਖੋ ਜੀ ਥਰਡ ਕੁਐਸਚਨ, ਅਗੇਨ ਤੁਹਾਡੇ ਕੋਲੇ ਚਾਰ ਪਾਰਟ ਨੇ ਦੋਨੋਂ ਕੁਐਸਚਨ ਦੇ ਵਿੱਚ A B C ਔਰ D। ਤਾਂ ਚੈੱਕ ਕੀ ਕਰਨਾ ਤੁਸੀਂ ਕਿ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਪਲੱਸ ਉਸ ਐਰਰ ਨੂੰ ਕੀ ਕਰਨਾ, ਕਰੈਕਟ ਕਰਨਾ। ਤਾਂ ਤੁਸੀਂ ਇੱਕ ਚੀਜ਼ ਹੋਰ ਨੋਟ ਕਰਨੀ ਹੈ, ਵੈਸੇ ਆਪਾਂ ਨਾउन ਪਰ ਨਾउन ਦੇ ਵਿੱਚ ਵੀ ਇਹ ਚੀਜ਼ ਹੈ ਜਿਹੜੀ ਕਾਫੀ ਵਾਰ ਰਿਪੀਟ ਕੀਤੀ ਹੈ ਕਿ ਜੇ ਤੁਹਾਡੇ ਕੋਲੇ A ਪਾਰਟ ਦੇ ਵਿੱਚ ਕੁਝ ਵੀ ਤੁਹਾਨੂੰ ਐਰਰ ਲੱਗ ਰਹੀ ਹੈ ਵੀ A ਪਾਰਟ ਹੈ ਜਿਹੜਾ ਤੁਹਾਡੇ ਕੋਲੇ ਕੋਈ ਐਰਰ ਵਾਲਾ ਹੈ, ਤਾਂ ਤੁਸੀਂ ਸਿੰਪਲ ਉਹਨੂੰ ਇੱਕ ਵਾਰ ਇਗਨੋਰ ਕਰਕੇ ਚੱਲੋਗੇ ਤੇ ਸੈਕੰਡ ਤੇ ਥਰਡ ਪਾਰਟ ਦੇ ਵਿੱਚ ਐਰਰ ਦੇਖੋਗੇ। D ਪਾਰਟ ਦਾ ਤੁਹਾਡਾ ਆਨਸਰ ਫੇਰ ਹੀ ਹੋਏਗਾ ਜੇ ਤੁਹਾਨੂੰ ਕਿਸੇ ਪਾਰਟ ਦੇ ਵਿੱਚ ਐਰਰ ਹੈ ਜਿਹੜੀ ਉਹ ਨਹੀਂ ਮਿਲਦੀ। ਬਟ ਜੇ ਤੁਹਾਡੇ ਕੋਲੇ B C ਦੇ ਵਿੱਚ ਕੋਈ ਐਰਰ ਨਹੀਂ ਹੈ ਤੇ A ਪਾਰਟ ਦੇ ਵਿੱਚ ਹੀ ਐਰਰ ਹੈ, ਤਾਂ ਤੁਸੀਂ ਇਹ ਜਿਹੜਾ A ਪਾਰਟ ਨੂੰ ਟਿਕ ਕਰੋਗੇ। ਅਦਰਵਾਈਜ਼ ਤੁਸੀਂ A ਨੂੰ ਜਿਹੜਾ ਸਿੰਪਲੀ ਇੱਕ ਪਹਿਲੀ ਵਾਰ ਦੇ ਵਿੱਚ ਟਿਕ ਨਹੀਂ ਕਰਨਾ। ਹਾਂਜੀ, ਤਾਂ ਸੈਕੰਡ ਚੀਜ਼ ਜਿਹੜੀ ਤੁਸੀਂ ਨੋਟ ਕਰੋਗੇ ਕਿ A ਪਾਰਟ ਹੁੰਦਾ ਜਾਂ ਫਿਰ ਤੁਹਾਡਾ ਸਬਜੈਕਟ ਫਾਰਮ ਹੁੰਦੀ ਹੈ ਜਿਹੜੀ, ਉਹ ਸਬਜੈਕਟ ਫਾਰਮ ਹੈ ਜਿਹੜੀ ਉਹੀ ਦੱਸਦੀ ਹੈ ਕਿ ਅੱਗੇ ਵਾਲੇ ਵਰਡ ਤੁਹਾਡੇ ਕਿਸ ਫਾਰਮ ਦੇ ਹੋਣੇ ਚਾਹੀਦੇ। ਫॉर एग्जांपल ਆਪਾਂ ਥਰਡ ਨੰਬਰ ਕੁਐਸਚਨ ਦੇਖਦੇ ਹਾਂ। ਸ਼ੀ ਇਜ਼ ਬੋਥ ਕਲੈਵਰ ਐਂਡ ਇੰਟੈਲੀਜੈਂਟ ਦੈਨ ਹਰ ਸਿਸਟਰ। ਹਾਂਜੀ, ਤਾਂ ਦੇਖੋ ਤੁਹਾਡੇ ਕੋਲ ਐਡਜੈਕਟਿਵ ਕਿਹੜੇ ਯੂਜ਼ ਕੀਤੇ ਜਾ ਰਹੇ, ਕਿਹੜੇ ਕਿਹੜੇ ਵਰਡ ਨੇ ਜਿਹੜੇ ਕੁਆਲਿਟੀ ਸ਼ੋ ਕਰਨ ਦੇ ਲਈ ਯੂਜ਼ ਕੀਤੇ ਤੁਸੀਂ। ਫਰਸਟ ਹੈ ਜੀ ਕਲੈਵਰ, ਸੈਕੰਡ ਕੀ ਹੈ ਇੰਟੈਲੀਜੈਂਟ, ਤੇ ਕੰਪੈਰੀਜ਼ਨ ਕਿਹਦਾ ਕੀਤਾ ਜਾ ਰਿਹਾ, ਸ਼ੀ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ। ਕਿੱਥੋਂ ਪਤਾ ਲੱਗਿਆ, ਦੈਨ ਵਰਡ ਤੋਂ। ਦੈਨ ਵਰਡ ਕੰਪੈਰੀਜ਼ਨ ਲਈ ਯੂਜ਼ ਕਰਦੇ ਆ। ਕਿਹਦੇ ਨਾਲ ਕੰਪੈਰੀਜ਼ਨ ਹੋ ਰਿਹਾ, ਸਿਸਟਰ ਦੇ ਨਾਲ। ਸ਼ੀ ਦਾ ਕੰਪੈਰੀਜ਼ਨ ਹੋ ਰਿਹਾ ਉਹਦੀ ਸਿਸਟਰ ਦੇ ਨਾਲ। ਤੇ ਤੁਹਾਡੇ ਕੋਲੇ ਵਰਡ ਕਿਹੜੇ ਨੇ ਐਡਜੈਕਟਿਵ ਫਾਰਮ ਦੇ ਲਈ, ਕਲੈਵਰ ਐਂਡ ਇੰਟੈਲੀਜੈਂਟ। ਤੇ ਤੁਹਾਨੂੰ ਕੀ ਚੀਜ਼ ਦੱਸੀ ਹੈ ਕਿ ਜਿਹੜਾ A ਪਾਰਟ ਹੈ ਉਹੀ ਦੱਸਦਾ ਹੈ ਕਿ ਤੁਹਾਨੂੰ ਅੱਗੇ ਵਾਲਾ ਪਾਰਟ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਯੂਜ਼ ਕਰੋਗੇ ਤੁਸੀਂ। ਹਾਂਜੀ, ਤਾਂ ਇੱਥੇ ਦੇਖੋਗੇ ਕਿ ਥਰਡ ਕੁਐਸਚਨ ਦੇ ਵਿੱਚ A ਪਾਰਟ ਦੇ ਵਿੱਚ ਤੁਹਾਡੇ ਕੋਲ ਕਿਹੜੀ ਡਿਗਰੀ ਯੂਜ਼ ਕੀਤੀ ਹੋਈ ਹੈ ਐਡਜੈਕਟਿਵ ਦੀ, ਕੰਪੈरेटिव ਡਿਗਰੀ। ਕੰਪੈरेटिव ਡਿਗਰੀ A ਪਾਰਟ ਦੇ ਵਿੱਚ ਤੁਸੀਂ ਕੰਪੈरेटिव ਡਿਗਰੀ ਆਫ ਐਡਜੈਕਟਿਵ ਯੂਜ਼ ਕੀਤੀ ਹੈ, ਸੋ ਤੁਸੀਂ ਅੱਗੇ ਵਾਲੇ ਵੀ ਜਿਹੜੇ ਵਰਡ ਯੂਜ਼ ਕਰੋਗੇ ਕੰਪੈरेटिव ਡਿਗਰੀ ਆਫ ਐਡਜੈਕਟਿਵ ਦੇ ਹੋਣਗੇ। ਦੇਖੋ ਜੀ, ਤਾਂ ਤੁਸੀਂ ਇੱਥੇ ਇੰਟੈਲੀਜੈਂਟ ਵਰਡ ਯੂਜ਼ ਕੀਤਾ ਹੈ, ਬਟ ਆਪਾਂ ਨੇ ਦੇਖਿਆ ਕਿ ਇੰਟੈਲੀਜੈਂਟ ਤਾਂ ਪੋਜ਼ਿਟਿਵ ਡਿਗਰੀ ਹੁੰਦੀ ਹੈ। ਕੰਪੈरेटिव ਬਣਾਉਣ ਵਾਸਤੇ ਤੁਸੀਂ ਕੀ ਕਰਦੇ ਹੋ, ਇੰਟੈਲੀਜੈਂਟਰ ਨਹੀਂ ਕਰਦੇ, ਇਹਦੇ ਨਾਲ ਕੀ ਕਰਦੇ ਹੋ, ਐਡ ਕਰਦੇ ਹੋ ਵਰਡ ਮੋਰ ਦਾ, ਮੋਰ ਇੰਟੈਲੀਜੈਂਟ। ਸੋ ਤੁਹਾਡਾ B ਪਾਰਟ ਹੈ ਜਿਹੜਾ ਉਹ ਐਰਰ ਹੈ, ਕਿਉਂਕਿ ਪਹਿਲਾ ਵਾਲਾ ਐਡਜੈਕਟਿਵ ਹੈ ਜਿਹੜਾ ਕੰਪੈरेटिव ਡਿਗਰੀ ਦਾ, ਸੋ ਸੈਕੰਡ ਐਡਜੈਕਟਿਵ ਵੀ ਜਿਹੜਾ ਤੁਸੀਂ ਯੂਜ਼ ਕਰੋਗੇ ਉਹ ਕੰਪੈरेटिव ਡਿਗਰੀ ਦਾ ਹੀ ਹੋਣਾ ਚਾਹੀਦਾ ਹੈ। ਬਿਕੋਜ਼ ਸਬਜੈਕਟ ਹੈ ਜਿਹੜਾ ਇਹ ਚੀਜ਼ ਦੱਸਦਾ ਹੈ ਕਿ ਅੱਗੇ ਵਾਲੇ ਜਿਹੜੇ ਵਰਡ ਹੋਣਗੇ ਤੁਹਾਡੇ ਕਿਸ ਤਰੀਕੇ ਨਾਲ ਯੂਜ਼ ਕੀਤੇ ਜਾਣਗੇ। ਜਦ ਤੁਸੀਂ ਸਿੰਪਲ ਕਹਿ ਜਿਵੇਂ ਆਪਾਂ ਸਬਜੈਕਟ ਕੀਤਾ ਸੀ, ਜੇ ਸਬਜੈਕਟ ਸਿੰਗੂਲਰ ਵਰਬ ਸਿੰਗੂਲਰ ਹੋ ਜਾਏਗੀ, ਸਬਜੈਕਟ ਪਲੂਰਲ ਵਰਬ ਪਲੂਰਲ ਹੋ ਜਾਏਗਾ। ਸਿਮਿਲਰਲੀ ਜੇ ਤੁਹਾਡੇ ਕੋਲ ਕੰਪੈरेटिव ਡਿਗਰੀ ਦਾ ਐਡਜੈਕਟਿਵ ਕੋਈ ਪਹਿਲਾਂ ਵਾਲੇ ਸੈਂਟੈਂਸ ਚ ਯੂਜ਼ ਕੀਤਾ ਹੋਇਆ, ਸਬਜੈਕਟ ਫਾਰਮ ਲਈ ਯੂਜ਼ ਕੀਤਾ ਹੋਇਆ, ਤਾਂ ਤੁਸੀਂ ਜਿਹੜਾ ਅੱਗੇ ਵਾਲਾ ਜਿਹੜਾ ਐਡਜੈਕਟਿਵ ਯੂਜ਼ ਕਰੋਗੇ ਉਹ ਵੀ ਕੰਪੈरेटिव ਡਿਗਰੀ ਦਾ ਹੀ ਹੋਏਗਾ। ਜੇ ਇਹ ਪੋਜ਼ਿਟਿਵ ਹੁੰਦਾ ਤਾਂ ਤੁਸੀਂ ਵੀ ਸੈਕੰਡ ਵਾਲਾ ਵੀ ਜਿਹੜਾ ਪੋਜ਼ਿਟਿਵ ਦੇ ਵਿੱਚ ਰੱਖਣਾ ਸੀ। ਜੇ ਪਹਿਲਾ ਵਾਲਾ ਥਰਡ ਸੁਪਰਲੇਟਿਵ ਦੇ ਵਿੱਚ ਹੁੰਦਾ ਤਾਂ ਤੁਸੀਂ ਸੈਕੰਡ ਵਾਲਾ ਐਡਜੈਕਟਿਵ ਵੀ ਸੁਪਰਲੇਟਿਵ ਦੇ ਵਿੱਚ ਹੀ ਲਿਖਣਾ ਸੀ। ਤਾਂ ਹੁਣ ਤੁਹਾਡਾ ਜਿਹੜਾ ਇੱਥੇ B ਪਾਰਟ ਦੇ ਵਿੱਚ ਐਰਰ ਹੈ, ਕੀ ਐਰਰ ਹੋਈ, ਫਰਸਟ ਵਾਲਾ ਜਿਹੜਾ ਤੁਹਾਡੇ ਕੋਲ ਐਡਜੈਕਟਿਵ ਯੂਜ਼ ਕੀਤਾ ਜਾ ਰਿਹਾ ਕਲੈਵਰ, ਉਹ ਹੈ ਕੰਪੈरेटिव ਡਿਗਰੀ ਦਾ। ਸੋ ਤੁਸੀਂ ਸੈਕੰਡ ਵਾਲਾ ਐਡਜੈਕਟਿਵ ਜੋ ਕਿ ਇੰਟੈਲੀਜੈਂਟ ਹੈ ਉਹਨੂੰ ਵੀ ਕੰਪੈरेटिव ਫਾਰਮ ਦੇ ਵਿੱਚ ਯੂਜ਼ ਕਰੋਗੇ। ਤਾਂ ਕੰਪੈरेटिव ਫਾਰਮ ਕੀ ਹੁੰਦੀ ਹੈ ਜੀ ਇੰਟੈਲੀਜੈਂਟ ਦੀ, ਉਹ ਹੁੰਦੀ ਹੈ ਮੋਰ ਇੰਟੈਲੀਜੈਂਟ। ਆਈ ਹੋਪ ਤੁਹਾਡਾ ਥਰਡ ਕੁਐਸਚਨ ਹੈ ਜਿਹੜਾ ਉਹ ਕਲੀਅਰ ਹੋ ਗਿਆ ਹੋਵੇਗਾ। ਹਾਂਜੀ, ਤਾਂ ਅੱਗੇ ਦੇਖੋ ਤੁਸੀਂ 4 ਨੰਬਰ ਕੁਐਸਚਨ। She is wiser and beautiful than her cousin। ਤਾਂ ਹੁਣ ਅਗੇਨ ਚੈੱਕ ਕਰੋਗੇ ਕਿ ਤੁਹਾਡੇ ਕੋਲ ਕੰਪੇਅਰ ਕੀਤਾ ਜਾ ਰਿਹਾ, ਕਿੱਥੋਂ ਪਤਾ ਲੱਗਿਆ, ਵਰਡ ਯੂਜ਼ ਕੀਤਾ ਹੋਇਆ ਜੀ ਦੈਨ ਤੋਂ ਪਤਾ ਲੱਗ ਗਿਆ ਕਿ ਆਪਾਂ ਨੂੰ ਇੱਥੇ ਕੰਪੈਰੀਜ਼ਨ ਹੋ ਰਿਹਾ। ਹੁਣ ਕੰਪੈਰੀਜ਼ਨ ਕਿਹਦਾ ਹੋ ਰਿਹਾ, ਕੰਪੈਰੀਜ਼ਨ ਹੋ ਰਿਹਾ ਸ਼ੀ ਦਾ ਕਿਹਦੇ ਨਾਲ, ਹਰ ਕਜ਼ਨ, ਉਸਦੇ ਕਜ਼ਨ ਦੇ ਨਾਲ ਹੈ ਜਿਹੜਾ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ। ਹੁਣ ਦੇਖੋ ਤੁਹਾਡੇ ਕੋਲ ਯੂਜ਼ ਕੀਤੇ ਹੋਏ ਵਰਡਸ ਜਿਹੜੇ ਕਿ ਐਡਜੈਕਟਿਵ ਫਾਰਮ ਲਈ ਯੂਜ਼ ਕੀਤੇ ਹੈ। ਫਰਸਟ ਵਰਡ ਯੂਜ਼ ਕੀਤਾ ਤੁਸੀਂ ਵਾਈਜ਼ਰ, ਸੈਕੰਡ ਤੁਸੀਂ ਯੂਜ਼ ਕੀਤਾ ਜੀ ਬਿਊਟੀਫੁਲ। ਇਹ ਦੋਨੋਂ ਕਿਨੇ ਤੁਹਾਡੇ ਕੋਲ ਕੁਆਲਿਟੀ ਸ਼ੋ ਕਰ ਰਹੇ ਆ, ਐਡਜੈਕਟਿਵ ਫਾਰਮ ਦੇ ਲਈ ਤੁਸੀਂ ਯੂਜ਼ ਕੀਤੇ। ਤਾਂ ਹੁਣ ਚੈੱਕ ਕਰੋਗੇ ਫਰਸਟ ਵਾਲਾ ਐਡਜੈਕਟਿਵ ਕਿਹੜੀ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ, ਤਾਂ ਇਹ ਹੈ ਜੀ ਸੈਕੰਡ ਡਿਗਰੀ ਆਫ ਐਡਜੈਕਟਿਵ, ਜਾਂ ਤੁਸੀਂ ਕਹਿ ਸਕਦੇ ਹੋ ਕੰਪੈरेटिव ਡਿਗਰੀ ਆਫ
ਐਡਜੈਕਟਿਵ ਕੰਪੈरेटिव ਜਾਂ ਫਿਰ ਸੈਕੰਡ ਡਿਗਰੀ ਆਫ ਐਡਜੈਕਟਿਵ ਹੈ ਜਿਹੜਾ ਤੁਹਾਡੇ ਕੋਲੇ ਯੂਜ਼ ਕੀਤਾ ਹੋਇਆ ਵਰਡ ਹੈ। ਸੋ ਤੁਹਾਡੇ ਕੋਲੇ ਜਿਹੜਾ ਸੈਕੰਡ ਐਡਜੈਕਟਿਵ ਹੋਏਗਾ ਉਹ ਵੀ ਕੰਪੈरेटिव ਡਿਗਰੀ ਦਾ ਹੋਏਗਾ। ਬਿਊਟੀਫੁਲ ਕੀ ਹੈ, ਪੋਜ਼ਿਟਿਵ ਡਿਗਰੀ ਹੈ। पॉजिटिव का तुसी यूज नहीं करोगे, तुसी यूज करोगे कंपैरेटिव दैट इज मोर ब्यूटीफुल। तो तुसी यूज करोगे वर्ड मोर ब्यूटीफुल। ब्यूटीफुल दा यूज इत्थे नहीं होएगा बिकॉज़ फर्स्ट जेड़ा एडजेक्टिव है तुहाडे कोल कंपैरेटिव डिग्री दा है। सो तुसी सेकंड एडजेक्टिव भी कंपैरेटिव डिग्री दा यूज करोगे ताई होना चाहिए जी मोर ब्यूटीफुल। सो तुहाडे कोल सेंटेंस किवें बनेगा? शी इज वाइजर एंड मोर ब्यूटीफुल दैन हर कजन। सो आई होप तुहाडा ये वाला क्वेश्चन है जेड़ा वो क्लियर हो गया होएगा। ते किहड़े पार्ट दे विच एरर तुहानू मिली है इत्थे तुसी टिक करोगे सी पार्ट। ਹਾਂਜੀ, ਤੇ ਤੁਹਾਡੇ 2 ਕਨਸੈਪਟ ਆ ਜਿਹੜੇ ਆਪਾਂ ਹੁਣ ਤੱਕ ਡਿਸਕਸ ਕੀਤੇ ਆ, ਦੋਨੋਂ ਇੱਕ ਦੂਜੇ ਨਾਲ ਲਗਭਗ ਸੇਮ ਮਿਲਦੇ ਆ, ਬਸ ਡਿਫਰੈਂਸ ਥੋੜਾ ਜਿਹਾ ਕੀ ਹੈ ਕਿ ਤੁਹਾਡੇ ਕੋਲੇ ਜੇ ਤਾਂ ਕੁਆਲਿਟੀ ਨੂੰ ਯੂਜ਼ ਕੀਤਾ ਜਾ ਰਿਹਾ ਸਿੰਗਲ ਪਰਸਨ ਦੇ ਲਈ, ਜਿਵੇਂ ਹੁਣ ਆਪਾਂ ਇਹੀ ਥਰਡ ਨੰਬਰ ਸੈਂਟੈਂਸ ਕਹੀਏ, ਸਿੰਪਲ ਇੰਟੈਲੀਜੈਂਟ ਰੱਖ ਹੁੰਦਾ, ਸ਼ੀ ਇਜ਼ ਬੋਥ ਕਲੈਵਰ ਸ਼ੀ ਇਜ਼ ਕਲੈਵਰ ਦੈਨ ਇੰਟੈਲੀਜੈਂਟ। ਤਾਂ ਤੁਸੀਂ ਕੀ ਕਰਨਾ ਸੀ ਉੱਥੇ, ਤੁਸੀਂ ਕਲੈਵਰ ਵਰਡ ਦੀ ਥਾਂ ਤੇ ਮੋਰ ਕਲੈਵਰ ਯੂਜ਼ ਕਰਨਾ ਸੀ ਐਂਡ ਇੰਟੈਲੀਜੈਂਟ ਯੂਜ਼ ਕਰਨਾ ਸੀ। ਬਟ ਹੁਣ ਇੱਥੇ ਤੁਹਾਡੇ ਕੋਲ ਕੰਪੈਰੀਜ਼ਨ ਕੀਤਾ ਜਾ ਰਿਹਾ ਦੋ ਅਲੱਗ-ਅਲੱਗ ਜਣਿਆਂ ਦਾ, ਜਿਵੇਂ ਸ਼ੀ ਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਉਹਦੀ ਸਿਸਟਰ ਦੇ ਨਾਲ, ਤੇ ਬਟ ਤੁਹਾਡੇ ਕੋਲ ਯੂਜ਼ ਕੀਤੇ ਹੋਏ ਦੋ ਵਰਡਸ ਨੇ ਐਡਜੈਕਟਿਵ ਫਾਰਮ ਦੈਟ ਇਜ਼ ਕਲੈਵਰ ਐਂਡ ਇੰਟੈਲੀਜੈਂਟ। ਤਾਂ ਤੁਸੀਂ ਯੂਜ਼ ਕਰੋਗੇ ਦੋਨਾਂ ਨੂੰ ਕੰਪੈਰੀਟਿਵ ਡਿਗਰੀ ਦੇ ਵਿੱਚ। ਤਾਂ ਕਲੈਵਰ ਵਰਡ ਪਹਿਲੀ ਵਾਰ ਕੰਪੈਰੀਟਿਵ ਆਇਆ, ਸੋ ਤੁਸੀਂ ਸੈਕੰਡ ਵਾਲਾ ਜਿਹੜਾ ਐਡਜੈਕਟਿਵ ਯੂਜ਼ ਕਰੋਗੇ ਉਹ ਵੀ ਕੰਪੈਰੀਟਿਵ ਡਿਗਰੀ ਦਾ ਹੋਏਗਾ, ਮੋਰ ਇੰਟੈਲੀਜੈਂਟ। आई होप ਤੁਹਾਡਾ ਇਹ ਕਨਸੈਪਟ ਹੈ ਜਿਹੜਾ ਉਹ ਕਲੀਅਰ ਹੋ ਗਿਆ ਹੋਵੇਗਾ। ਹਾਂਜੀ, ਤਾਂ ਦੇਖੋ ਤੁਹਾਡਾ ਥਰਡ ਕਨਸੈਪਟ, ਹਾਂਜੀ ਸਕਰੀਨ ਤੇ ਤੁਹਾਨੂੰ ਥਰਡ ਕਨਸੈਪਟ ਹੈ ਜਿਹੜਾ ਉਹ ਸ਼ੋ ਹੋ ਗਿਆ। ਦੇਖੋ ਜੀ, ਜੇ ਤੁਹਾਡੇ ਕੋਲੇ ਵਰਡਸ ਆ ਰਹੇ ਆ ਈਦਰ, ਨੀਦਰ, ਓਨਲੀ, ਬੋਥ, ਈਵਨ, ਤਾਂ ਇਹੋ ਜਿਹੇ ਵਰਡਸ ਜੇ ਤੁਸੀਂ ਸੈਂਟੈਂਸ ਦੇ ਵਿੱਚ ਦੇਖਦੇ ਹੋ ਤਾਂ ਤੁਸੀਂ ਕੀ ਕਰੋਗੇ? ਦੇ ਸ਼ੁੱਡ ਬੀ ਪਲੇਸਡ ਇਮੀਡੀਏਟਲੀ ਬਿਫੋਰ ਦਾ ਵਰਡਸ ਦੇ emphasize। ਮੀਨਿੰਗ ਕੀ ਹੈ ਕਿ ਜਦੋਂ ਵੀ ਤੁਹਾਨੂੰ ਇਹ ਵਰਡਸ ਦਿਖਦੇ ਆ ਤਾਂ ਇਹਨਾਂ ਦਾ ਯੂਜ਼ ਕਿੱਥੇ ਹੁੰਦਾ ਹੈ? ਜਿਨ੍ਹਾਂ ਵਰਡਸ ਨੂੰ ਇਹ emphasize ਕਰਕੇ ਯੂਜ਼ ਕੀਤੇ ਜਾ ਰਹੇ, ਜਿਨ੍ਹਾਂ ਵਰਡਸ ਦੇ ਉੱਤੇ ਜ਼ੋਰ ਦੇ ਕੇ ਇਹਨਾਂ ਦਾ ਯੂਜ਼ ਕੀਤਾ ਜਾ ਰਿਹਾ, ਤੁਸੀਂ ਉਹਨਾਂ ਦੇ ਨਾਲ ਹੀ ਇਹਨਾਂ ਨੂੰ ਯੂਜ਼ ਕਰੋਗੇ, ਉਹਨਾਂ ਤੋਂ ਬਿਲਕੁਲ ਅੱਗੇ। ਤਾਂ ਤੁਸੀਂ ਇਹਨਾਂ ਦਾ ਯੂਜ਼ ਹੈ ਜਿਹੜਾ ਉਹ ਕਰੋਗੇ। ਇਹ ਕਨਸੈਪਟ ਹੈ ਜਿਹੜਾ ਤੁਹਾਨੂੰ ਕੁਐਸਚਨ ਦੇ ਨਾਲ ਹੈ ਜਿਹੜਾ ਈਜ਼ੀਲੀ ਸਮਝ ਆ ਜਾਏਗਾ। ਆਪਾਂ ਕੁਐਸਚਨ ਟਰਾਈ ਕਰਦੇ ਹਾਂ। ਕਨਸੈਪਟ ਪਤਾ ਲੱਗ ਗਿਆ ਕਿ ਈਦਰ, ਨੀਦਰ, ਓਨਲੀ, ਬੋਥ, ਈਵਨ ਐਟਸੈਟਰਾ ਇਹੋ ਜਿਹੇ ਵਰਡਸ ਜੇ ਤੁਹਾਨੂੰ ਕਿਤੇ ਸ਼ੋ ਹੋ ਰਹੇ ਆ, ਦਿਖ ਰਹੇ ਆ, ਸੈਂਟੈਂਸ ਵਿੱਚ ਤੁਹਾਨੂੰ ਇਹ ਵਰਡਸ ਮਿਲ ਗਏ, ਤਾਂ ਤੁਸੀਂ ਕੀ ਦੇਖੋਗੇ ਕਿ ਉਹ ਕਿੰਨਾ ਵਾਸਤੇ ਯੂਜ਼ ਕੀਤੇ ਆ, ਕਿਹੜੇ ਵਰਡਸ ਨੂੰ ਐਮਫਸਾਈਜ਼ ਕਰਕੇ ਜਾਂ ਕਿਹੜੇ ਵਰਡਸ ਤੇ ਜ਼ੋਰ ਦੇ ਕੇ ਜਿਹੜਾ ਉਹਨਾਂ ਦਾ ਆਪਾਂ ਯੂਜ਼ ਕਰ ਰਹੇ ਹਾਂ, ਤੇ ਤੁਸੀਂ ਉਹਨਾਂ ਨੂੰ ਪਲੇਸ ਕਰ ਦੋਗੇ ਬਿਫੋਰ ਦੈਟ ਪਾਰਟਿਕੂਲਰ ਵਰਡ। ਹਾਂਜੀ, ਤਾਂ ਚੈੱਕ ਕਰੋ ਕੁਐਸਚਨ। 5 number question, as you can see, neither he is intelligent nor hard working। ਤਾਂ ਤੁਹਾਡੇ ਕੋਲੇ ਤਿੰਨ ਪਾਰਟ ਹੀ ਐ ਸੈਂਟੈਂਸ ਦੇ, ਅੱਗੇ ਤੁਹਾਡੇ ਕੋਲੇ ਚਾਰ ਪਾਰਟ ਹੁੰਦੇ ਸੀ, ਇੱਥੇ ਤੁਹਾਡੇ ਕੋਲੇ ਸਿਰਫ ਤਿੰਨ ਪਾਰਟ ਨੇ, A, B ਔਰ C। ਚੈੱਕ ਕਰੋਗੇ ਕਿਹੜੇ ਪਾਰਟ ਵਿੱਚ ਤੁਹਾਡੇ ਕੋਲੇ ਐਰਰ। ਅਗੇਨ ਤੁਹਾਡੇ ਕੋਲੇ ਅਗੇਨ 6 ਨੰਬਰ ਕੁਐਸਚਨ ਹੈ ਜਿਹਦੇ ਵਿੱਚ ਤੁਹਾਡੇ ਕੋਲੇ ਚਾਰ ਪਾਰਟ ਦਿੱਤੇ ਹੋਏ ਆ। She not only came to see A part, me but also to take B part, her old books C part and D part as in no error। ਤਾਂ ਸਭ ਤੋਂ ਪਹਿਲਾਂ ਤੁਸੀਂ ਟਰਾਈ ਕਰਨਾ ਹੈ ਕਿ ਇਹਦਾ ਆਨਸਰ ਹੈ ਜਿਹੜਾ ਕੀ ਹੋਏਗਾ। ਇਸ ਤੋਂ ਬਾਅਦ ਆਪਾਂ ਇਹ ਵਾਲਾ ਕੁਐਸਚਨ ਹੈ ਜਿਹੜਾ ਉਹ ਸੋਲਵ ਕਰਦੇ ਹਾਂ। ਹਾਂਜੀ, ਦੇਖੋ 5 ਨੰਬਰ ਕੁਐਸਚਨ ਹੈ। ਹਾਂਜੀ, ਤਾਂ ਕੀ ਐਰਰ ਹੈ ਇਹਦੇ ਵਿੱਚ? ਆਈ ਹੋਪ ਤੁਹਾਨੂੰ ਪਤਾ ਲੱਗ ਗਈ ਹੋਏਗੀ ਐਰਰ ਕਿੱਥੇ ਹੈ। ਏ ਪਾਰਟ ਦੇ ਵਿੱਚ ਐਰਰ ਹੈ। ਹੁਣ ਐਰਰ ਕੀ ਹੈ? ਤਾਂ ਹੁਣ ਐਰਰ ਆਪਾਂ ਦੇਖਾਂਗੇ ਕਿੱਥੇ ਜਿਹੜੀ ਹੈਗਾ ਵਰਡਸ ਦੀ ਐਰਰ ਕੀਤੀ ਹੋਈ। ਤੇ ਤੁਸੀਂ ਦੇਖਿਆ ਕਿ ਵਰਡ ਜੇ ਤੁਹਾਡੇ ਕੋਲੇ ਈਦਰ ਆ ਗਿਆ, ਨੀਦਰ ਆ ਗਿਆ, ਓਨਲੀ, ਬੋਥ, ਈਵਨ ਇਹਨਾਂ ਵਰਡਸ ਦਾ ਯੂਜ਼ ਕੀਤਾ ਜਾ ਰਿਹਾ, ਤੇ ਇਹ ਕਿਹਦੇ ਨਾਲ ਯੂਜ਼ ਕੀਤੇ ਜਾਂਦੇ? ਉਹਨਾਂ ਵਰਡਸ ਦੇ ਨਾਲ ਹੀ ਯੂਜ਼ ਕੀਤੇ ਜਾਣਗੇ, ਉਹਨਾਂ ਵਰਡਸ ਤੋਂ ਪਹਿਲਾਂ ਯੂਜ਼ ਕੀਤੇ ਜਾਣਗੇ ਜਿਨ੍ਹਾਂ ਦੇ ਲਈ ਆਪਾਂ ਉਹਨਾਂ ਨੂੰ ਯੂਜ਼ ਕੀਤਾ ਹੈਗਾ, ਜਿਨ੍ਹਾਂ ਬਾਰੇ ਉਹ ਐਮਫਸਾਈਜ਼ ਕਰ ਰਿਹਾ, ਜਿਨ੍ਹਾਂ ਨੂੰ ਉਹ ਸ਼ੋ ਕਰ ਰਿਹਾ ਸੈਂਟੈਂਸ ਦੇ ਵਿੱਚ। ਹਾਂਜੀ, ਤਾਂ ਦੇਖੋ ਨੀਦਰ ਹੀ ਇਜ਼ ਇੰਟੈਲੀਜੈਂਟ ਨੌਰ ਹਾਰਡ ਵਰਕਿੰਗ। ਤਾਂ ਤੁਹਾਨੂੰ ਇੱਕ ਚੀਜ਼ ਹੋਰ ਇੱਕ ਦੱਸਦੀ ਹੈ ਕਿ ਜਿਵੇਂ ਆਪਣੇ ਕੋਲੇ ਨੀਦਰ ਨੌਰ, ਵੈਸੇ ਆਪਣਾ ਪਾਰਟ ਹੈ ਜਿਹੜਾ ਕੰਜੰਕਸ਼ਨ ਦਾ ਹੈ, ਨੀਦਰ ਨੌਰ, ਈਦਰ ਔਰ, ਨਾਟ ਓਨਲੀ ਬਟ ਆਲਸੋ। ਤਾਂ ਇਹ ਜਿਹੇ ਵਰਡ ਜੇ ਕਿਤੇ ਦਿਖਦੇ ਆ ਪੇਅਰ ਦੇ ਵਿੱਚ ਆ, ਕੋ ਆਪਾਂ ਨੇ ਕੋਰਿਲੇਟਿਵਸ ਕਹਿ ਦਿੰਦੇ ਆ, ਤਾਂ ਹੁਣ ਇਹ ਦੋਨੋਂ ਕਿੰਨੇ ਆਪਣੇ ਕੋਲੇ ਨੀਦਰ ਦੇ ਨਾਲ ਵਰਡ ਨੌਰ ਦਾ ਯੂਜ਼ ਕੀਤਾ ਜਾਂਦਾ, ਈਦਰ ਦੇ ਨਾਲ ਔਰ ਦਾ ਯੂਜ਼ ਕੀਤਾ ਜਾਂਦਾ। ਨੌਰ ਤੋਂ ਬਾਅਦ ਵਾਲਾ ਜਿਹੜਾ ਪਾਰਟ ਹੋਏਗਾ ਉਹ ਸੇਮ ਹੀ ਹੋਏਗਾ ਜਿਹੜਾ ਨੀਦਰ ਤੋਂ ਬਾਅਦ ਵਾਲਾ ਪਾਰਟ ਹੋਏਗਾ। ਫੋਰ ਐਗਜ਼ਾਮਪਲ ਨੌਰ ਤੋਂ ਬਾਅਦ ਜੇ ਮੈਂ ਕੋਈ ਨਾउन ਦਾ ਯੂਜ਼ ਕੀਤਾ ਤਾਂ ਤੁਹਾਡੇ ਕੋਲੇ ਨੀਦਰ ਤੋਂ ਬਾਅਦ ਵੀ ਨਾउन ਹੀ ਆਊਗਾ। ਜੇ ਨੌਰ ਤੋਂ ਬਾਅਦ ਕੋਈ ਐਡਜੈਕਟਿਵ ਯੂਜ਼ ਕੀਤਾ ਜਾ ਰਿਹਾ ਤਾਂ ਨੀਦਰ ਤੋਂ ਬਾਅਦ ਵੀ ਐਡਜੈਕਟਿਵ ਵਰਡ ਹੀ ਯੂਜ਼ ਕੀਤਾ ਜਾਊਗਾ। ਸੋ ਦੋਨੋਂ ਕੀ ਨੇ? ਕਨੈਕਟਰ ਨੇ, ਤੇ ਕਨੈਕਟਰ ਤੋਂ ਬਾਅਦ ਵਾਲੇ ਵਰਡ ਹੈ ਜਿਹੜੇ ਉਹ ਸੇਮ ਹੁੰਦੇ ਆ। ਦੇਖੋ ਜੀ, ਇੱਥੇ ਤੁਹਾਡੇ ਕੋਲੇ ਯੂਜ਼ ਕੀਤਾ ਨੀਦਰ, ਤੇ ਉਸ ਤੋਂ ਬਾਅਦ ਯੂਜ਼ ਕੀਤਾ ਹੋਇਆ ਵਰਡ ਹੀ, ਜੋ ਕਿ ਇੱਕ ਪ੍ਰਨਾਉਨ। ਸਿਮਿਲਰਲੀ ਤੁਸੀਂ ਦੇਖੋਗੇ ਸੈਕੰਡ ਵਰਡ ਦੈਟ ਇਜ਼ ਨੌਰ, ਨੀਦਰ ਦਾ ਨੌਰ ਦੇ ਨਾਲ ਆਪਣੇ ਕੋਲੇ ਰਿਲੇਸ਼ਨ ਹੁੰਦਾ, ਨੀਦਰ ਦਾ ਉਹਨੂੰ ਆਪਾਂ ਇਕੱਠੇ ਯੂਜ਼ ਕਰਦੇ ਹਾਂ। ਨੌਰ ਤੋਂ ਬਾਅਦ ਵਾਲਾ ਵਰਡ ਕੀ ਹੈ? ਹਾਰਡ ਵਰਕਿੰਗ, ਜੋ ਕਿ ਕੀ ਆਪਣੇ ਕੋਲੇ ਇੱਕ ਐਡਜੈਕਟਿਵ ਹੈ। ਹੁਣ ਦੇਖੋ ਨੀਦਰ ਤੋਂ ਬਾਅਦ ਤੁਸੀਂ ਪ੍ਰਨਾਉਨ ਯੂਜ਼ ਕਰ ਲਿਆ, ਨੌਰ ਤੋਂ ਬਾਅਦ ਤੁਸੀਂ ਐਡਜੈਕਟਿਵ ਯੂਜ਼ ਕਰ ਲਿਆ।
ਜੋ ਕਿ ਕੀ ਆ ਆਪਣੇ ਕੋਲ ਰੋਂਗ ਸਟਰਕਚਰ ਹੈ। ਨਹੀਂ ਕੰਜੰਕਸ਼ਨ ਦਾ ਪਾਰਟ ਹੈ, ਬਟ ਜੇ ਹੁਣ ਆਪਾਂ ਇੱਥੇ ਦੇਖੀਏ ਨਾ ਐਗਜ਼ੈਕਟਿਵ ਫਾਰਮ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਕਿ ਨੀਦਰ ਨॉर, ਨੀਦਰ ਦਾ ਵਰਡ, ਈਦਰ ਵਰਡ, ਆਪਣੇ ਕੋਲ ਓਨਲੀ ਹੋ ਗਿਆ, ਬੋਥ ਹੋ ਗਿਆ, ਤੇ ਈਵਨ ਵਰਡ ਆਪਾਂ ਜਿਹੜਾ ਦੇਖਿਆ ਉਹਨਾਂ ਦਾ ਯੂਜ਼ ਕਿੱਥੇ ਕੀਤਾ ਜਾਂਦਾ ਬਿਫੋਰ ਦਾ ਵਰਡਸ ਦੇ ਇਨਫਾਸਾਈਜ਼, ਜਿਹੜੇ ਵਰਡਸ ਨੂੰ ਇਨਫਾਸਾਈਜ਼ ਕਰਕੇ ਯੂਜ਼ ਕੀਤੇ ਜਾ ਰਹੇ ਆ ਉਹਨਾਂ ਤੋਂ ਪਹਿਲਾਂ। ਹੁਣ ਦੇਖਿਓ ਆਪਾਂ ਕਿਹੜੇ ਵਰਡ ਨੂੰ ਇਨਫਾਸਾਈਜ਼ ਕਰ ਰਹੇ ਹਾਂ, ਇੰਟੈਲੀਜੈਂਟ ਨੂੰ। ਕੋਈ ਪਰਸਨ ਨਾ ਤਾਂ ਉਹ ਇੰਟੈਲੀਜੈਂਟ ਹੈ ਤੇ ਨਾ ਹੀ ਹਾਰਡ ਵਰਕਿੰਗ ਹੈ, ਤਾਂ ਤੁਹਾਡੇ ਕੋਲ ਕੀਵਰਡ ਆਏਗਾ ਇੰਟੈਲੀਜੈਂਟ ਐਡਜੈਕਟਿਵ ਹੈ। ਸੋ ਤੁਸੀਂ ਨੀਦਰ ਨੂੰ ਪਲੇਸ ਕਰੋਗੇ ਬਿਫੋਰ ਐਡਜੈਕਟਿਵ, ਤਾਂ ਤੁਹਾਡੇ ਕੋਲ ਸੈਂਟੈਂਸ ਬਣਨਾ ਚਾਹੀਦਾ ਹੈ he is neither intelligent। ਸੈਕਿੰਡ ਪਾਰਟ ਤੁਹਾਡਾ ਸੇਮ ਹੀ ਰਹਿ ਜਾਏਗਾ, nor hard working। ਦੇਖੋ ਜੀ ਹੁਣ ਇੱਥੇ ਕੀ ਐਰਰ ਹੋਈ ਤੁਹਾਡੇ ਕੋਲੇ, ਤੁਸੀਂ ਪ੍ਰਨਾਉਨ ਦਾ ਯੂਜ਼ ਨੀਦਰ ਤੋਂ ਬਾਅਦ ਕੀਤਾ ਹੋਇਆ, ਸੈਕੰਡ ਤੁਸੀਂ ਨਾਟ ਤੋਂ ਬਾਅਦ ਐਡਜੈਕਟਿਵ ਯੂਜ਼ ਕੀਤਾ, ਤਾਂ ਦੋਨੋਂ ਕੀ ਹੋਣਾ ਚਾਹੀਦਾ ਐਡਜੈਕਟਿਵ ਫਾਰਮ ਦੇ ਬਾਅਦ ਹੀ, ਐਡਜੈਕਟਿਵ ਫਾਰਮ ਤੋਂ ਪਹਿਲਾਂ ਹੀ ਯੂਜ਼ ਹੋਣਗੇ। ਤੁਹਾਡੇ ਕੋਲੇ ਨੀਦਰ ਵਰਡ ਹੈ ਤਾਂ ਇਹ ਵੀ ਐਡਜੈਕਟਿਵ ਤੋਂ ਪਹਿਲਾਂ ਹੀ ਪਲੇਸ ਕਰੋਗੇ, ਤੁਸੀਂ ਯੂਜ਼ ਕਰੋਗੇ ਹੀ ਇਜ਼ ਨੀਦਰ ਇੰਟੈਲੀਜੈਂਟ ਨॉर ਹਾਰਡ ਵਰਕਿੰਗ। ਉਹ ਇਹ ਪਾਰਟ ਦੇ ਵਿੱਚ ਜਿਹੜੀ ਤੁਹਾਡੀ ਐਰਰ ਹੈ, ਤਾਂ ਤੁਸੀਂ ਇਹ ਪਾਰਟ ਆ ਜਿਹੜਾ ਉਹ ਟਿਕ ਕਰੋਗੇ। ਹਾਂਜੀ, ਤਾਂ ਸੈਕਿੰਡ ਨੰਬਰ ਕੁਐਸਚਨ ਹੈ ਜਿਹੜਾ 6 ਕੁਐਸਚਨ ਤੁਸੀਂ ਚੈੱਕ ਕਰਨਾ ਹੈ। ਅਗੇਨ ਤੁਹਾਡਾ ਸੇਮ ਕਨਸੈਪਟ ਹੋਏਗਾ, ਚੈੱਕ ਕਰੋ। she not only came to see me but also to take her old books। ਤਾਂ ਚੈੱਕ ਕਰੋਗੇ ਤੁਸੀਂ ਕਿੱਥੇ ਹੈ ਜਿਹੜਾ ਵਰਡ ਆਪਣੇ ਕੋਲ ਯੂਜ਼ ਕੀਤੇ ਜਾ ਰਹੇ ਆ। ਹਾਂਜੀ, ਤਾਂ ਆਪਾਂ ਦੇਖਿਆ ਵਰਡ ਓਨਲੀ ਦਾ, ਹਨਾ ਓਨਲੀ ਦਾ ਯੂਜ਼ ਦੇਖਿਆ। ਤਾਂ ਹੁਣ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋਗੇ ਕਿ ਨਾਟ ਓਨਲੀ ਤੇ ਬਟ ਆਲਸੋ ਦਾ ਵੀ ਇੱਕ ਰਿਲੇਸ਼ਨ ਹੁੰਦਾ ਹੈ। ਨਾਟ ਓਨਲੀ ਤੇ ਬਟ ਆਲਸੋ ਹੈ ਜਿਹੜੇ ਇੱਕ ਕੋਰਿਲੇਟਿਵਸ ਨੇ। ਜੇ ਤੁਸੀਂ ਫਰਸਟ ਸੈਂਟੈਂਸ ਨਾਟ ਓਨਲੀ ਨਾਲ ਸਟਾਰਟ ਕੀਤਾ ਤੇ ਸੈਕੰਡ ਸੈਂਟੈਂਸ ਤੁਹਾਡਾ ਬਟ ਆਲਸੋ ਦੇ ਨਾਲ ਹੀ ਸਟਾਰਟ ਹੋਏਗਾ। ਦੇਖੋ ਜੀ she not only came to see me but also to take her old books। ਤਾਂ ਚੈੱਕ ਕਰੋ ਬਟ ਆਲਸੋ ਤੋਂ ਬਾਅਦ ਕੀ ਯੂਜ਼ ਕੀਤਾ ਹੈ, ਟੂ ਟੇਕ, ਮਤਲਬ ਕਿ ਅਗਰ ਟੂ ਪਲੱਸ ਵਰਬ ਦੀ ਫਰਸਟ ਫਾਰਮ ਦਾ ਯੂਜ਼ ਕੀਤਾ, ਟੂ ਇਨਫਿਨਿਟਿਵ ਦਾ ਯੂਜ਼ ਕੀਤਾ ਹੈ। ਇੱਥੇ ਤੁਹਾਡੇ ਕੋਲ ਨਾਟ ਓਨਲੀ ਤੋਂ ਬਾਅਦ ਕੇਮ ਦਾ ਯੂਜ਼ ਕੀਤਾ ਹੋਇਆ, ਜੋ ਕਿ ਇੱਕ ਰੋਂਗ ਵਰਡ ਹੈ। ਤਾਂ ਤੁਸੀਂ ਨਾਟ ਓਨਲੀ ਨੂੰ ਪਲੇਸ ਕਰੋਗੇ ਬਿਫੋਰ ਟੂ ਸੀ। ਟੂ ਸੀ, ਟੂ ਵਰਬ ਦੀ ਫਰਸਟ ਫਾਰਮ, ਟੂ ਇਨਫਿਨਿਟਿਵ ਤੋਂ ਪਹਿਲਾਂ ਵਰਡ ਆਏਗਾ ਜੀ ਤੁਹਾਡਾ ਨਾਟ ਓਨਲੀ। ਸੋ ਇਹ ਪਾਰਟ ਦੇ ਵਿੱਚ ਐਰਰ ਹੈ। ਐਰਰ ਕੀ ਹੈ, ਤੁਸੀਂ ਯੂਜ਼ ਕਰੋਗੇ she came not only to see me but also to take her old books। ਸੋ ਇਹ ਪਾਰਟ ਦੇ ਵਿੱਚ ਐਰਰ ਹੈ। ਇਹ ਪਾਰਟ ਜੇ ਇਹੀ ਵਾਲਾ ਸੇਮ ਟੌਪਿਕ ਜੇ ਤੁਸੀਂ ਯੂਜ਼ ਕਰ ਰਹੇ ਹੋ, ਜਦੋਂ ਤੁਸੀਂ ਡਿਸਕਸ ਕਰਾਂਗੇ ਆਪਾਂ ਕੰਜੰਕਸ਼ਨ ਦੇ ਵਿੱਚ, ਤਾਂ ਕੰਜੰਕਸ਼ਨ ਦੇ ਬੇਸਿਕ ਬੇਸਿਸ ਦੇ ਨਾਲ ਇਹਨੂੰ ਸੋਲਵ ਕਰਨਾ ਜਿਹੜਾ ਈਜ਼ੀ ਹੁੰਦਾ ਹੈ। ਐਡਜੈਕਟਿਵ ਦੇ ਕੇਸ ਦੇ ਵਿੱਚ ਆਪਾਂ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਵੀ ਇਹ ਕਿਹੜੀ ਚੀਜ਼ ਨੂੰ ਐਮਫਾਸਾਈਜ਼ ਕਰਨ ਦੇ ਲਈ ਯੂਜ਼ ਕੀਤੇ ਜਾ ਰਹੇ ਆ। ਹੁਣ ਆਪਾਂ ਇਹ ਵੀ ਕਹਿ ਰਹੇ ਹਾਂ she not only came to see me but also to take care of her old books। ਹੁਣ ਇੱਥੇ not only came ਤੋਂ ਪਹਿਲਾਂ ਯੂਜ਼ ਕੀਤਾ ਹੋਇਆ, ਬਟ ਇਹਦਾ ਮੇਨ ਇਹ ਐਮਫਾਸਾਈਜ਼ ਕਿਉਂ ਕਰ ਰਿਹਾ, ਕਿਸੇ ਪਰਸਨ ਨੂੰ ਵੀ ਕੋਈ ਦੇਖਣ ਗਿਆ। ਹੁਣ ਉੱਥੇ ਤੁਸੀਂ ਦੇਖਣ ਵਾਲੇ ਵਰਡ ਨੂੰ ਐਮਫਾਸਾਈਜ਼ ਕਰਕੇ ਕਹਿ ਰਹੇ ਹੋ, ਦੇਖਣ ਤੇ ਜ਼ੋਰ ਦਿੱਤਾ ਜਾ ਰਿਹਾ, ਤੁਸੀਂ ਯੂਜ਼ ਕਰੋਗੇ not only ਦਾ ਬਿਫੋਰ ਟੂ ਸੀ। ਸੋ ਇਹ ਪਾਰਟ ਵਿੱਚ ਐਰਰ ਸੀ, ਯੂਜ਼ ਹੋਣਾ ਚਾਹੀਦਾ she came not only to see me। ਤਾਂ ਤੁਹਾਡਾ ਅੱਗੇ ਵਾਲਾ ਪਾਰਟ ਹੈ ਜਿਹੜਾ ਉਹ ਐਜ਼ ਇਟ ਇਜ਼ ਤੁਸੀਂ ਯੂਜ਼ ਕਰੋਗੇ। ਆਈ ਹੋਪ ਤੁਹਾਡਾ 5 ਤੇ 6 ਨੰਬਰ ਕੁਐਸਚਨ ਹੈ ਜਿਹੜਾ ਉਹ ਕਲੀਅਰ ਹੋਇਆ ਹੋਵੇਗਾ। ਸੇਮ ਕਨਸੈਪਟ ਆਪਾਂ ਡਿਸਕਸ ਕਰਾਂਗੇ ਜਦੋਂ ਆਪਾਂ ਕੰਜੰਕਸ਼ਨ ਦਾ ਟੌਪਿਕ ਹੈ ਜਿਹੜਾ ਉੱਥੇ ਡਿਸਕਸ ਕੀਤਾ। ਹਾਂਜੀ, ਤਾਂ ਦੇਖੋ ਨੈਕਸਟ ਕਨਸੈਪਟ ਜਿਹੜਾ ਤੁਸੀਂ ਦੇਖਣਾ ਹੈ, ਡਿਫਰੈਂਸ ਬਿਟਵੀਨ ਫਰਦਰ ਐਂਡ ਫਾਰਥਰ। ਤਾਂ ਹੁਣ ਦੋ ਵਰਡ ਨੇ ਤੁਹਾਡੇ ਕੋਲੇ, ਫਰਸਟ ਵਰਡ ਹੈ ਫਰਦਰ ਐਂਡ ਦ ਸੈਕੰਡ ਵਰਡ ਇਜ਼ ਫਾਰਥਰ। ਤਾਂ ਹੁਣ ਦੋਵਾਂ ਦੇ ਵਿੱਚ ਦੇਖਣ ਦੇ ਵਿੱਚ ਇਹ ਦੋਵੇਂ ਕੀ ਲੱਗ ਰਹੇ ਆਪਾਂ ਨੂੰ, ਸੇਮ ਜਿਹੇ ਲੱਗ ਰਹੇ, ਜਿਵੇਂ ਫਰਦਰ ਫਾਰਥਰ। ਤਾਂ ਹੁਣ ਡਿਫਰੈਂਸ ਕੀ ਹੈ ਇਹਨਾਂ ਦੇ ਵਿੱਚ, ਫਰਦਰ ਦਾ ਮੀਨਿੰਗ ਕੀ ਹੁੰਦਾ ਹੈ ਤੇ ਫਾਰਥਰ ਦਾ ਮੀਨਿੰਗ ਕੀ ਹੁੰਦਾ ਹੈ। ਇਹ ਦੋਨੋਂ ਕੀ ਨੇ, ਡਿਫਰੈਂਟ ਵਰਡਸ ਨੇ। ਫਰਦਰ ਬੇਸਿਕਲੀ ਆਪਾਂ ਯੂਜ਼ ਕਰਦੇ ਹਾਂ ਜਦੋਂ ਕਿਸੇ ਚੀਜ਼ ਦੇ ਵਿੱਚ ਐਡੀਸ਼ਨ ਕਰਨੀ ਹੈ। ਐਡੀਸ਼ਨ ਕਰਨੀ ਹੋਵੇ ਜਾਂ ਆਪਾਂ ਕੋਈ ਚੀਜ਼ ਹੈ ਜਿਹੜੀ ਅਗੇਨ ਵਰਡ ਦੀ ਫਾਰਮ ਦੇ ਲਈ ਯੂਜ਼ ਕਰ ਰਹੇ ਹਾਂ, ਹਨਾ ਬਾਰ ਦੁਆਰਾ ਵਰਡ ਜਿਵੇਂ ਆਪਾਂ ਯੂਜ਼ ਕਰ ਰਹੇ ਹਾਂ, ਤਾਂ ਉੱਥੇ ਹੁੰਦਾ ਤੁਹਾਡੇ ਕੋਲੇ ਫਰਦਰ ਜਾਂ ਅੱਗੇ ਵਾਲਾ ਵਰਡ, ਜਿਵੇਂ ਅੱਗੇ ਜਿਹੜਾ ਕੁਛ ਤਾਂ ਉੱਥੇ ਵਾਸਤੇ ਤੁਸੀਂ ਯੂਜ਼ ਕਰ ਰਹੇ ਹੋ ਫਰਦਰ ਦਾ। ਬਟ ਜਿਹੜਾ ਫਾਰਥਰ ਹੈ ਇਹ ਯੂਜ਼ ਕੀਤਾ ਜਾਂਦਾ ਜੀ ਡਿਸਟੈਂਸ ਦੇ ਲਈ, ਡਿਸਟੈਂਸ ਦੇ ਲਈ। ਹੁਣ ਤੁਸੀਂ ਵਰਡ ਫਾਰ ਸੁਣਿਆ ਹੋਣਾ, ਫਾਰ ਦਾ ਮਤਲਬ ਕੀ ਹੁੰਦਾ, ਫਾਰ ਅਵੇ, ਹਨਾ। ਤਾਂ ਫਾਰ ਦਾ ਮਤਲਬ ਕੀ ਹੁੰਦਾ, ਦੂਰ। ਤਾਂ ਤੁਸੀਂ ਇੱਥੋਂ ਯਾਦ ਕਰ ਸਕਦੇ ਹੋ ਕਿ ਫਾਰ ਦਾ ਮੀਨਿੰਗ ਹੈ, ਜਿੱਥੇ ਫਾਰ ਆ ਗਿਆ ਉਹਦਾ ਮੀਨਿੰਗ ਹੋਏਗਾ ਡਿਸਟੈਂਸ ਦੇ ਲਈ ਤੁਸੀਂ ਯੂਜ਼ ਕਰ ਰਹੇ ਹੋ। ਫਾਰਦਰ ਦਾ ਮੀਨਿੰਗ ਯੂਜ਼ ਕੀਤਾ ਜਾਂਦਾ ਡਿਸਟੈਂਸ ਦੇ ਲਈ, ਬਟ ਫਰਦਰ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਕਿਸੇ ਚੀਜ਼ ਦੇ ਵਿੱਚ ਐਡੀਸ਼ਨ ਦੇ ਲਈ। ਅਗੇਨ ਵਰਡ ਹੈ ਜਿਹੜਾ ਤੁਹਾਡਾ ਤੁਸੀਂ ਯੂਜ਼ ਕਰ ਸਕਦੇ ਹੋ। ਹਾਂਜੀ, ਤਾਂ ਹੁਣ ਦੇਖੋਗੇ ਤੁਸੀਂ ਇਹਨਾਂ ਦੋਨਾਂ ਦਾ ਯੂਜ਼ ਕਿਸ ਤਰੀਕੇ ਨਾਲ ਤੁਸੀਂ ਸੈਂਟੈਂਸ ਦੇ ਵਿੱਚ ਕਰਨਾ ਹੈ। ਤੁਹਾਡੇ ਕੋਲੇ ਦੋ ਕੁਐਸਚਨ ਨੇ। ਹਾਂਜੀ, ਪਹਿਲਾਂ ਤੁਸੀਂ ਟਰਾਈ ਕਰੋ ਕਿ ਕਿਹੜੇ ਵਿੱਚ ਤੁਹਾਡੇ ਕੋਲੇ ਵਰਡ ਫਰਦਰ ਆਏਗਾ ਤੇ ਕਿਸ ਆਪਣੇ ਕੋਲੇ ਫਿਲਅਪ ਦੇ ਵਿੱਚ ਤੁਸੀਂ ਪੁੱਟ ਕਰੋਗੇ ਫਾਰਥਰ। ਫਰਦਰ ਐਂਡ ਫਾਰਥਰ ਦੋਵਾਂ ਦੇ ਵਿੱਚ ਡਿਫਰੈਂਸ ਤੁਹਾਨੂੰ ਪਤਾ ਲੱਗ ਗਿਆ ਕਿ ਫਰਦਰ ਦਾ ਯੂਜ਼ ਕੀਤਾ ਜਾਂਦਾ ਹੈ ਐਡੀਸ਼ਨ ਕਰਨ ਦੇ ਲਈ, ਤੇ ਫਾਰਥਰ ਦਾ ਯੂਜ਼ ਕੀਤਾ ਜਾਂਦਾ ਜਦੋਂ ਤੁਸੀਂ ਕਿਸੇ ਚੀਜ਼ ਦੀ ਦੂਰੀ ਦੀ ਗੱਲ ਕਰ ਰਹੇ ਹੋ, ਡਿਸਟੈਂਸ ਦੀ ਗੱਲ ਕਰੋ। ਦੇਖੋ ਜੀ 7 ਤੇ 8 ਨੰਬਰ ਕੁਐਸਚਨ ਪਹਿਲਾਂ ਤੁਸੀਂ ਫਿਲ ਕਰਨੀ ਹੈ, ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕੀ ਆਨਸਰ ਆਏਗਾ, ਕੀ ਮੀਨਿੰਗ ਹੈ ਜਿਹੜਾ ਤੁਹਾਡੇ ਕੋਲ ਇੱਥੇ ਨਿਕਲੇਗਾ। ਹਾਂਜੀ, 7 ਨੰਬਰ ਕੁਐਸਚਨ ਤੋਂ ਆਓ। He said nothing
blank and went away quietly। ਤੇ ਹੁਣ ਆਪਾਂ ਕੋਈ ਕਿਸੇ ਪਰਸਨ ਨੂੰ ਕੁਛ ਨਹੀਂ ਕਿਹਾ ਤੇ ਅੱਗੇ ਜਿਹੜਾ ਉਹ ਵੱਧ ਗਿਆ ਕੀ ਕਰਕੇ quietly ਚੁੱਪਚਾਪ। ਤਾਂ ਹੁਣ ਇੱਥੇ ਤੁਹਾਡੇ ਕੋਲ ਕੀ ਆ ਗਿਆ, ਯੂਜ਼ ਕੀਤਾ ਜਾ ਰਿਹਾ ਕਿਸੇ ਚੀਜ਼ ਦੇ ਅੱਗੇ ਐਡੀਸ਼ਨ ਵਾਲੇ ਵਰਡ ਦੀ ਫਾਰਮ ਦੇ ਵਿੱਚ ਜਾਂ ਅੱਗੇ ਵਾਲੀ ਚੀਜ਼ ਦੇ ਫਾਰਮ ਦੇ ਵਿੱਚ, ਅਗੇਨ ਦੀ ਫਾਰਮ ਦੇ ਵਿੱਚ। ਸੋ ਤੁਸੀਂ ਕੀ ਯੂਜ਼ ਕਰੋਗੇ, ਫਾਰਦਰ ਦੈਨ ਜਾਂ ਫਿਰ ਫਰਦਰ ਦੈਨ। ਤਾਂ ਇੱਥੇ ਯੂਜ਼ ਹੋਏਗਾ ਫਰਦਰ ਦੈਨ, ਫਰਦਰ। and went away quietly। he said nothing, ਉਹਨੇ ਕੁਝ ਵੀ ਨਹੀਂ ਕਿਹਾ। further ਮਤਲਬ ਅੱਗੇ ਕੁਝ ਨਹੀਂ ਕਿਹਾ and went away quietly ਤੇ ਅੱਗੇ ਵਧ ਗਿਆ ਕੀ ਕਰਕੇ ਚੁੱਪਚਾਪ ਹੈ ਜਿਹੜਾ ਆਪਣਾ ਕੋਈ ਪਰਸਨ ਦੂਰ ਚਲਾ ਗਿਆ। ਸੋ ਤੁਹਾਡੇ ਕੋਲ ਇੱਥੇ ਮੀਨਿੰਗ ਆਇਆ further ਦਾ। ਸੈਕਿੰਡ ਦੇਖੋਗੇ ਤੁਸੀਂ 8 ਨੰਬਰ ਕੁਐਸਚਨ, that's blank then all the sun's planets and even the Kuiper belt। ਹੁਣ ਤੁਸੀਂ ਦੇਖੋ ਇੱਥੇ ਕੀ ਯੂਜ਼ ਕੀਤਾ ਜਾ ਰਿਹਾ, ਤੇ further ਦਾ ਯੂਜ਼ ਨਹੀਂ ਹੈ, that's further than, no, that's farther, that is farther than all the sun's planets and even the Kuiper belt। ਤਾਂ ਕਿਸੇ planet ਦੀ ਗੱਲ ਕੀਤੀ ਜਾ ਰਹੀ ਹੈ ਜਾਂ ਕੋਈ ਇਹੋ ਜਿਹੀ body ਹੈ ਜਿਹੜੀ space ਦੇ ਵਿੱਚ ਹੈ ਜੋ ਕਿ sun ਦੇ ਸਾਰੇ planets ਤੋਂ plus Kuiper belt ਤੋਂ ਕਿੱਥੇ ਹੈਗੀ, ਥੋੜੀ ਜਿਹੀ ਦੂਰੀ ਦੇ ਉੱਤੇ ਹੈ, ਕਾਫੀ ਦੂਰੀ ਦੇ ਉੱਤੇ ਹੈ। ਤਾਂ place ਕਰੋਗੇ ਤੁਸੀਂ word distance ਵਾਲਾ, that is farther। further ਦਾ use ਨਹੀਂ ਹੋਏਗਾ, ਇੱਥੇ ਤੁਸੀਂ farther ਦਾ use ਕੀਤਾ because ਇੱਥੇ ਕੀ ਗੱਲ ਹੋ ਰਹੀ ਹੈ, ਇੱਥੇ distance ਦਾ meaning ਨਿਕਲ ਰਿਹਾ। ਤੇ ਉੱਪਰਲੇ ਦੇ ਵਿੱਚ ਤੁਹਾਡੇ ਕੋਲੇ ਕਿਸੇ ਚੀਜ਼ ਦੇ ਵਿੱਚ addition ਦਾ ਜਿਹੜਾ ਮੀਨਿੰਗ ਸੀ ਉਹ ਨਿਕਲ ਰਿਹਾ ਸੀ, ਐਡੀਸ਼ਨਲ ਦਾ ਮੀਨਿੰਗ ਨਿਕਲਿਆ ਸੀ, ਅਗੇਨ ਦਾ ਮੀਨਿੰਗ ਹੈ ਜਿਹੜਾ ਉੱਪਰਲੇ ਸੈਂਟੈਂਸ ਵਿੱਚ ਤੁਸੀਂ ਦੇਖਿਆ। ਹਾਂਜੀ, ਤਾਂ 7 ਤੇ 8 ਨੰਬਰ ਕੁਐਸਚਨ ਆਪਾਂ ਸੋਲਵ ਕੀਤਾ ਪਲੱਸ ਡਿਸਕਸ ਕੀਤਾ ਕਿ ਫਰਦਰ ਦਾ ਮੀਨਿੰਗ ਕੀ ਹੁੰਦਾ ਹੈ, ਫਾਰਦਰ ਦਾ ਮੀਨਿੰਗ ਕੀ ਹੁੰਦਾ ਹੈ। ਤਾਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਫਰਦਰ ਐਡੀਸ਼ਨ ਦੇ ਲਈ ਜਾਂ ਜਿੱਥੇ ਤੁਹਾਡੇ ਕੋਲ ਕਿਸੇ ਚੀਜ਼ ਨੂੰ ਅੱਗੇ ਤੁਸੀਂ ਬੋਲ ਰਹੇ ਹੋ ਤਾਂ ਉੱਥੇ ਤੁਸੀਂ ਫਰਦਰ ਦਾ ਯੂਜ਼ ਕਰ ਲੈਂਦੇ ਹੋ। ਜਿਵੇਂ ਆਪਾਂ ਕਹਿ ਰਹੇ ਹਾਂ ਨਾ ਤੁਹਾਡੀ ਕਲਾਸ ਹੈ ਜਿਹੜੀ ਫਰਦਰ ਆਪਾਂ ਕੰਟੀਨਿਊ ਕਰਾਂਗੇ, ਤਾਂ ਉਹ ਵਾਲੀ ਚੀਜ਼ ਤਾਂ ਫਰਦਰ ਦਾ ਮੀਨਿੰਗ ਕੀ ਹੁੰਦਾ ਹੈ ਵੀ ਅੱਗੇ ਜਿਹੜੀ ਚੱਲੂਗੀ। ਫਾਰਦਰ ਦਾ ਮੀਨਿੰਗ ਕੀ ਹੁੰਦਾ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਡਿਸਟੈਂਸ ਦੇ ਵਿੱਚ ਦੇਖ ਰਹੇ ਹੋ। ਹਾਂਜੀ, नेक्स्ट कंसेप्ट जो आप डिस्कस करना है दैट इज नंबर प्लस टाइम्स एज प्लस पॉजिटिव डिग्री प्लस एस। तो हम इतने तो ये चीज तुहानू पता होनी कि जे एज वर्ड यूज किया है ਤੇ ਸੈਕਿੰਡ ਵੀ ਤੁਹਾਡੇ ਕੋਲੇ ਐਜ਼ ਵਰਡ ਯੂਜ਼ ਕੀਤਾ ਹੋਇਆ ਤਾਂ ਉਹਨਾਂ ਦੇ ਵਿਚਕਾਰ ਜਿਹੜਾ ਤੁਸੀਂ ਵਰਡ ਰਿਪਲੇਸ ਕਰਨਾ ਹੁੰਦਾ ਹੈ, ਵਰਡ ਪਲੇਸ ਕਰਨਾ ਹੁੰਦਾ ਉਹਦੀ ਉਹ ਕੀ ਹੋਣਾ ਚਾਹੀਦਾ, ਤੁਹਾਡੇ ਕੋਲੇ ਪੋਜ਼ਿਟਿਵ ਡਿਗਰੀ ਹੋਣੀ ਚਾਹੀਦੀ ਹੈ। ਪੋਜ਼ਿਟਿਵ ਡਿਗਰੀ ਕਾਹਦੀ ਹੋਣੀ ਚਾਹੀਦੀ ਹੈ ਜੀ, ਐਡਜੈਕਟਿਵ ਦੀ। ਪੋਜ਼ਿਟਿਵ ਡਿਗਰੀ ਆਫ ਐਡਜੈਕਟਿਵ ਤੁਸੀਂ ਯੂਜ਼ ਕਰਦੇ ਹੋ ਜੇ ਤੁਹਾਡੇ ਕੋਲੇ ਇਹ ਵਾਲੀ ਸਟਰਕਚਰ ਹੋਵੇ, ਐਜ਼ ਦੀ ਸਟਰਕਚਰ ਹੋਵੇ, ਪੋਜ਼ਿਟਿਵ ਡਿਗਰੀ ਯੂਜ਼ ਹੁੰਦੀ ਹੈ। ਬਟ ਹੁਣ ਅੱਗੇ ਵਾਲੀ ਸਟਰਕਚਰ ਕਿਵੇਂ ਹੋ ਸਕਦੀ ਹੈ ਤੁਹਾਡੇ ਕੋਲੇ, ਨੰਬਰ ਪਲੱਸ ਟਾਈਮਸ। ਤਾਂ ਨੰਬਰ ਜਿਵੇਂ ਮੈਂ ਤੁਹਾਨੂੰ ਕਹਤਾ 4, ਅੱਗੇ ਮੈਂ ਵਰਡ ਯੂਜ਼ ਕਰ ਲਿਆ ਟਾਈਮਸ 5, ਅੱਗੇ ਵਰਡ ਯੂਜ਼ ਕੀਤਾ ਟਾਈਮਸ 10, ਅੱਗੇ ਮੈਂ ਯੂਜ਼ ਕੀਤਾ ਵਰਡ ਟਾਈਮਸ। ਤਾਂ ਇਹ ਕੀ ਤੁਹਾਡੇ ਕੋਲ ਇੱਕ ਸਟਰਕਚਰ ਹੈ ਕਿ ਜੇ ਤੁਹਾਡੇ ਕੋਲ ਪਹਿਲਾ ਵਰਡ ਦਿੱਤਾ ਹੋਇਆਗਾ ਉਹ ਨੰਬਰ ਹੈ, ਸੈਕਿੰਡ ਜਿਹੜਾ ਤੁਸੀਂ ਯੂਜ਼ ਕਰ ਰਹੇ ਹੋ ਵਰਡ ਦੈਟ ਇਜ਼ ਟਾਈਮਸ, ਤਾਂ ਤੁਸੀਂ ਕੀ ਯੂਜ਼ ਕਰੋਗੇ, ਇਸ ਤੋਂ ਬਾਅਦ ਵਾਲੀ ਜਿਹੜੀ ਤੁਹਾਡੀ ਸਟਰਕਚਰ ਹੋਏਗੀ ਕੰਪੈਰੀਜ਼ਨ ਦੇ ਲਈ ਤੁਸੀਂ ਯੂਜ਼ ਕਰ ਰਹੇ ਹੋ ਉਹ ਹੋਏਗੀ ਐਜ਼ ਪੋਜ਼ਿਟਿਵ ਡਿਗਰੀ, ਐਜ਼ ਦਾ ਤੁਸੀਂ ਜਿਹੜਾ ਯੂਜ਼ ਕਰਨਾ। ਤਾਂ ਉੱਥੇ ਹੋਰ ਕੋਈ ਫਾਰਮ ਨਹੀਂ ਯੂਜ਼ ਕੀਤੀ ਜਾਏਗੀ, ਤੁਸੀਂ ਇਹਨਾਂ ਦਾ ਯੂਜ਼ ਹੈ ਜਿਹੜਾ ਕਰੋਗੇ। ਕੁਐਸਚਨ ਡਿਸਕਸ ਕਰਦੇ ਹਾਂ। ਹਾਂਜੀ, ਦੇਖੋ 9 ਤੇ 10 ਨੰਬਰ ਕੁਐਸਚਨ ਸੋਲਵ ਕਰੋ ਪਹਿਲਾਂ, ਫਿਰ ਆਪਾਂ ਦੇਖਦੇ ਹਾਂ ਇਹਨਾਂ ਦਾ ਕੀ ਕੰਸੈਪਟ ਹੈ, ਕੀ ਮੀਨਿੰਗ ਹੈ। ਹਾਂਜੀ, ਤਾਂ 9 ਨੰਬਰ ਕੁਐਸਚਨ ਹੈ ਮਾਈ ਬੁੱਕ ਇਜ਼ 4 times cheaper than yours। ਤਾਂ ਹੁਣ ਦੇਖੋ ਮਾਈ ਬੁੱਕ ਇਜ਼ 4 times cheaper than yours, ਤਾਂ ਮਤਲਬ ਕੀ ਹੋ ਰਿਹਾ, ਤੇ ਕੰਪੈਰੀਜ਼ਨ ਕੀਤਾ ਜਾ ਰਿਹਾ, ਦੈਨ ਦਾ ਪਤਾ ਲੱਗ ਗਿਆ। ਸੈਕਿੰਡ ਨੂੰ ਕੰਪੈਰੀਜ਼ਨ ਕਿਵੇਂ ਕੀਤਾ ਜਾ ਰਿਹਾ, ਤੁਸੀਂ ਯੂਜ਼ ਕੀਤਾ ਨੰਬਰ ਦਾ, ਨੰਬਰ ਵਰਡ ਯੂਜ਼ ਕੀਤਾ 4, ਇਸ ਤੋਂ ਬਾਅਦ ਯੂਜ਼ ਕੀਤਾ ਟਾਈਮਸ, ਨੰਬਰ ਪਲੱਸ ਟਾਈਮ। ਤਾਂ ਇਸ ਤੋਂ ਬਾਅਦ ਤੁਹਾਡੇ ਕੋਲੇ ਫਾਰਮ ਕੀ ਹੋਣੀ ਚਾਹੀਦੀ ਹੈ ਐਜ਼, ਇਸ ਤੋਂ ਬਾਅਦ ਤੁਸੀਂ ਪੋਜ਼ਿਟਿਵ ਡਿਗਰੀ ਆਫ ਐਡਜੈਕਟਿਵ ਯੂਜ਼ ਕਰਨੀ ਹੈ, ਇਸ ਤੋਂ ਬਾਅਦ ਤੁਸੀਂ ਯੂਜ਼ ਕਰਨਾ ਹੈ ਵਰਡ ਐਜ਼ ਪੋਜ਼ਿਟਿਵ ਡਿਗਰੀ ਐਜ਼। ਬਟ ਇੱਥੇ ਯੂਜ਼ ਕੀਤਾ ਹੋਇਆ ਚੀਪਰ ਜੋ ਕਿ ਰੋਂਗ ਹੈ, ਕੰਪੈਰੀਟਿਵ ਡਿਗਰੀ ਦਾ ਯੂਜ਼ ਹੋ ਗਿਆ ਬਿਕਾਜ਼ ਪਹਿਲਾਂ ਵਾਲੀ ਫਾਰਮ ਤੁਹਾਡੀ ਨੰਬਰ ਪਲੱਸ ਟਾਈਮਸ ਦੇ ਨਾਲ ਸ਼ੁਰੂ ਹੋ ਰਹੀ ਹੈ, ਤਾਂ ਇੱਥੇ ਤੁਹਾਡੇ ਕੋਲ ਆਏਗਾ ਐਜ਼। ਪੋਜ਼ਿਟਿਵ ਡਿਗਰੀ ਕੀ ਹੁੰਦੀ ਹੈ ਚੀਪਰ ਦੀ, ਚੀਪ, ਤੁਹਾਡੇ ਕੋਲੇ ਐਜ਼। ਹਾਂਜੀ, ਤਾਂ ਤੁਸੀਂ ਯੂਜ਼ ਕਰੋਗੇ ਐਜ਼ ਚੀਪ ਐਜ਼ ਦਾ, ਐਜ਼ ਚੀਪਰ ਐਜ਼ ਦਾ ਯੂਜ਼ ਨਹੀਂ ਹੋਏਗਾ। ਸੈਕਿੰਡ ਚੀਜ਼ ਤੁਸੀਂ ਦੈਨ ਦਾ ਯੂਜ਼ ਨਹੀਂ ਕਰੋਗੇ ਬਿਕਾਜ਼ ਐਜ਼ ਹੈ ਜਿਹੜਾ ਵਰਡ ਤੁਹਾਡੇ ਕੋਲੇ ਕੰਪੈਰੀਜ਼ਨ ਲਈ ਹੀ ਯੂਜ਼ ਕੀਤਾ ਜਾਂਦਾ ਹੈ। ਮਾਈ ਬੁੱਕ ਇਜ਼ 4 times ਐਜ਼ ਚੀਪ ਐਜ਼ ਯੂਜ਼। ਤਾਂ ਸੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ, ਤੁਸੀਂ ਯੂਜ਼ ਕਰੋਗੇ ਐਜ਼ ਚੀਪ ਐਜ਼ ਦਾ, ਚੀਪਰ ਦੈਨ ਦਾ ਯੂਜ਼ ਇੱਥੇ ਨਹੀਂ ਹੋਏਗਾ ਕਿਉਂਕਿ ਤੁਹਾਡੇ ਕੋਲੇ ਯੂਜ਼ ਕੀਤਾ ਹੋਇਆ ਵਰਡ ਕੀ ਹੈ, ਨੰਬਰ ਪਲੱਸ ਟਾਈਮਸ ਹੈ। 10 ਨੰਬਰ ਕੁਐਸਚਨ ਦੇਖਾਂਗੇ। ਹਾਂਜੀ, ਹੁਣ ਇੱਥੇ ਕੀ ਐਰਰ ਹੈ, Raman's house is 2 times bigger than yours। ਤਾਂ ਅਗੇਨ ਚੈੱਕ ਕਰੋਗੇ ਤੁਹਾਡੇ ਕੋਲੇ ਯੂਜ਼ ਕੀਤਾ ਜਾ ਰਿਹਾ ਸਟਰਕਚਰ, ਪਹਿਲਾਂ ਯੂਜ਼ ਕੀਤਾ ਨੰਬਰ, ਇਸ ਤੋਂ ਬਾਅਦ ਤੁਸੀਂ ਯੂਜ਼ ਕੀਤਾ ਵਰਡ ਟਾਈਮਸ। ਤਾਂ ਇਸ ਤੋਂ ਬਾਅਦ ਵਾਲਾ ਜਿਹੜਾ ਵਰਡ ਯੂਜ਼ ਕੀਤਾ ਜਾ ਰਿਹਾ ਕੰਪੈਰੀਜ਼ਨ ਦੇ ਲਈ ਬਿਗਰ ਦੈਨ, ਜੋ ਕਿ ਰੋਂਗ ਹੈ, ਤੁਸੀਂ ਯੂਜ਼ ਕਰੋਗੇ ਐਜ਼ ਬਿਗ ਐਜ਼, ਐਜ਼ ਬਿਗ ਐਜ਼ yours ਬਿਕਾਜ਼ ਪਹਿਲਾ ਵਾਲਾ ਜਿਹੜਾ ਸਟਰਕਚਰ ਹੈ ਉਹ ਕੀ ਆ ਤੁਹਾਡੇ ਕੋਲ ਨੰਬਰ ਦੇ ਨਾਲ ਟਾਈਮ ਦਿੱਤਾ ਹੋਇਆ, ਵਰਡ ਨੰਬਰ ਪਲੱਸ ਟਾਈਮਸ ਦਾ ਯੂਜ਼ ਕੀਤਾ ਹੈ। ਸੋ ਤੁਸੀਂ ਕੀ ਯੂਜ਼ ਕਰੋਗੇ ਐਜ਼ ਪੋਜ਼ਿਟਿਵ ਡਿਗਰੀ ਐਜ਼ ਦਾ। ਸੋ ਸੀ ਪਾਰਟ ਦੇ ਵਿੱਚ ਤੁਹਾਡੀ ਅਗੇਨ ਐਰਰ ਸੀ, ਸੀ ਪਾਰਟ ਹੈ ਜਿਹੜਾ ਤੁਸੀਂ ਟਿਕ ਕਰ ਦੋਗੇ ਤੇ ਕਰੈਕਸ਼ਨ ਕੀ ਕਰੋਗੇ, ਬਿਗਰ ਦੈਨ ਦਾ ਯੂਜ਼ ਨਹੀਂ ਹੋਏਗਾ, ਐਜ਼ ਬਿਗ ਐਜ਼ ਦਾ ਯੂਜ਼ ਹੋਏਗਾ। 9 ਨੰਬਰ ਦੇ ਵਿੱਚ ਵੀ ਅਗੇਨ ਤੁਸੀਂ ਚੀਪਰ ਦੈਨ ਦਾ ਯੂਜ਼ ਨਹੀਂ ਕਰੋਗੇ, ਐਜ਼ ਚੀਪ ਐਜ਼ ਦਾ ਯੂਜ਼ ਹੈ ਜਿਹੜਾ
करूँगी। आई होप तुहाडा ये कंसैप्ट है जिहड़ा क्लीयर हो गया होएगा। ध्यान रखना है कि जे तुहाडे कोल नंबर प्लस टाइम्स दित्ता है फिर ही तुसीं एज़ पॉजिटिव डिग्री एज़ दा यूज़ करोगे। सैकंड तुहाडे कोल कंसैप्ट की है, जे तुहाडे कोल नंबर दित्ता है ते उस तो बाद वाला वर्ड तुहाडे कोल टाइम्स नहीं हैगा, नाउन है। ਆਪਣੇ ਕੋਲ वर्ड ਜਿਹੜਾ ਨੰਬਰ ਤੋਂ ਬਾਅਦ ਦਿੱਤਾ ਹੋਇਆ ਉਹ ਨਾउन ਹੈ। ਜਿਵੇਂ ਆਪਾਂ ਕਹਿ ਹੀ ਲੈਂਦੇ ਆ ਕੋਈ ਨੰਬਰ वर्ड है जिवें 2 3 कहता 2 3 ਅੱਗੇ ਵਾਲਾ वर्ड ਤੁਹਾਡਾ ਕੋਈ ਨਾउन है ਜਿਵੇਂ 2 doors कहता मैं ਇਹ ਇੱਕ ਨਾउन है 3 cups कहता ਤੇ ਇਹ ਵੀ ਇੱਕ ਨਾउन है। ਤਾਂ ਤੁਸੀਂ ਕੀ ਕਰੋਗੇ ਕੰਪੈਰੀਟਿਵ ਡਿਗਰੀ ਆ ਜਿਹੜੀ ਐਗਜ਼ੈਕਟਿਵਲੀ ਯੂਜ਼ ਕਰੋਗੇ। ਤਾਂ ਹੁਣ ਇੱਥੇ ਕੰਪੈਰੀਟਿਵ ਡਿਗਰੀ ਦਾ ਯੂਜ਼ ਹੋਏਗਾ। ਪੋਜ਼ਿਟਿਵ ਡਿਗਰੀ ਦਾ ਕਿੱਥੇ ਯੂਜ਼ ਹੋਇਆ ਸੀ ਜਿੱਥੇ ਤੁਹਾਡੇ ਕੋਲ ਨੰਬਰ ਨਹੀਂ ਸੀ ਤੁਸੀਂ ਟਾਈਮਸ ਦਾ ਯੂਜ਼ ਕੀਤਾ ਸੀ। ਨਾउन ਦੇ ਨੰਬਰ ਤੋਂ ਬਾਅਦ ਤੁਸੀਂ ਜੇ ਟਾਈਮ ਦਾ ਯੂਜ਼ ਕੀਤਾ ਫਿਰ ਤੁਹਾਡੇ ਕੋਲ ਕਿਹੜਾ ਫਾਰਮ ਆਇਆ ਸੀ ਐਜ਼ ਪੋਜ਼ਿਟਿਵ ਡਿਗਰੀ ਐਜ਼। ਬਟ ਜੇ ਤੁਹਾਡੇ ਕੋਲ ਫਾਰਮ ਹੈਗੀ ਨੰਬਰ ਤੋਂ ਬਾਅਦ ਕੋਈ ਨਾउन ਦਾ ਵਰਡ ਯੂਜ਼ ਕੀਤਾ ਹੋਇਆ ਨਾउन ਵਰਡ ਯੂਜ਼ ਕੀਤਾ ਹੋਇਆ ਤਾਂ ਤੁਸੀਂ ਕੰਪੈਰੀਟਿਵ ਡਿਗਰੀ ਆਫ ਐਡਜੈਕਟਿਵ ਯੂਜ਼ ਕਰੋਗੇ ਤੇ ਕੰਪੈਰੀਟਿਵ ਡਿਗਰੀ ਨਾਲ ਕੀ ਯੂਜ਼ ਕੀਤਾ ਜਾਂਦਾ ਟੈਂਸ ਦਾ ਯੂਜ਼ ਕਰੋਗੇ। ਚੈੱਕ ਕਰਦੇ ਹਾਂ ਕੁਐਸਚਨ। ਹਾਂਜੀ ਤਾਂ ਕੁਐਸਚਨ ਦੇਖੋ this book is 50 rupees as costly as yours। तो चेक करो जी ਕਿਹੜੇ ਪਾਰਟ ਦੇ ਵਿੱਚ ਹੈ। ਹਾਂਜੀ ਤਾਂ ਸੀ ਪਾਰਟ ਦੇ ਵਿੱਚ ਐਰਰ ਹੈ ਕੀ ਐਰਰ ਹੈ this book is 50 ਕੀ ਆ ਗਿਆ ਆਪਣੇ ਕੋਲੇ ਨੰਬਰ ਆ ਗਿਆ ਇਸ ਤੋਂ ਬਾਅਦ ਵਾਲਾ ਵਰਡ ਕੀ ਹੈ ਤੁਹਾਡੇ ਕੋਲੇ ਟਾਈਮਸ ਨਹੀਂ ਹੈ ਕੀ ਹੈ ਇੱਕ ਨਾउन ਹੈ ਰੁਪੀਸ ਕੀ ਹੈ ਇੱਕ ਨਾउन ਹੈ ਹੁਣ ਕਿਹੜਾ ਨਾउन ਹੈ ਇਹ ਕਾਊਂਟੇਬਲ ਨਾउन ਹੈ ਆਪਾਂ ਨਾउन ਦੇ ਵਿੱਚ ਡਿਸਕਸ ਕੀਤਾ ਹੈ ਕਿਹੜੀ ਕੈਟਾਗਰੀ 'ਚ ਤੁਸੀਂ ਵਰਡ ਰੱਖਦੇ ਹੋ ਰੁਪੀਸ ਨੂੰ ਕਾਊਂਟੇਬਲ ਦੀ ਕੈਟਾਗਰੀ ਦੇ ਵਿੱਚ ਤੇ ਇੱਕ ਵਰਡ ਮਨੀ ਹੁੰਦਾ ਹੈ ਹੁਣ ਮਨੀ ਕੀ ਹੈ ਮਨੀ ਵੀ ਕੀ ਹੈ ਆਪਣੇ ਕੋਲ ਇੱਕ ਨਾउन ਹੈ ਬਟ ਹੈਗਾ ਕਿਹੜਾ ਇਹ ਅਨਕਾਊਂਟੇਬਲ ਇਹ ਆਪਾਂ ਨਾउन ਦੇ ਵਿੱਚ ਚੰਗੇ ਤਰੀਕੇ ਨਾਲ ਡਿਸਕਸ ਕੀਤਾ ਹੈ ਅਨਕਾਊਂਟੇਬਲ ਨਾउन ਹੈ ਇੱਥੇ ਤੁਹਾਡੀ ਇੱਕ ਵਾਰ ਰਿਵੀਜ਼ਨ ਹੋ ਗਈ ਕਿ ਮਨੀ ਤੇ ਰੁਪੀਸ ਦੇ ਵਿੱਚ ਕੀ ਡਿਫਰੈਂਸ ਹੈ ਮਨੀ ਆਪਣੇ ਕੋਲ ਅਨਕਾਊਂਟੇਬਲ ਨਾउन ਦੇ ਵਿੱਚ ਆਉਂਦਾ ਹੈ ਤੇ ਜਿਹੜਾ ਤੁਹਾਡੇ ਕੋਲ ਰੁਪੀਸ ਆ ਉਹ ਕਾਊਂਟੇਬਲ ਨਾउन ਦੇ ਵਿੱਚ ਆਪਾਂ ਡਿਸਕਸ ਕਰ ਰਹੇ ਹਾਂ ਹਾਂਜੀ ਤਾਂ ਦੇਖੋ ਹੁਣ ਇੱਥੇ ਕੁਐਸਚਨ ਦੇ ਵਿੱਚ ਆਪਾਂ ਦੇਖਿਆ ਸੀ ਪਾਰਟ ਦੇ ਵਿੱਚ ਐਰਰ ਹੈ ਐਰਰ ਕੀ ਹੋਈ ਆਪਾਂ ਸਟਰਕਚਰ ਡਿਸਕਸ ਕੀਤੀ ਹੈ ਕਿ ਜੇ ਨੰਬਰ ਤੋਂ ਬਾਅਦ ਤੁਹਾਡੇ ਕੋਲ ਕੋਈ ਨਾउन ਯੂਜ਼ ਕੀਤਾ ਹੋਇਆ ਹੈ ਤਾਂ ਤੁਸੀਂ ਯੂਜ਼ ਕਰਦੇ ਹੋ ਕੰਪੈਰੀਟਿਵ ਡਿਗਰੀ ਆਫ ਐਡਜੈਕਟਿਵ ਐਜ਼ ਕਾਸਟਲੀ ਐਜ਼ ਦਾ ਯੂਜ਼ ਨਹੀਂ ਹੋਏਗਾ ਤੁਸੀਂ ਯੂਜ਼ ਕਰੋਗੇ ਕਾਸਟਲੀਅਰ ਅੱਗੇ ਤੁਹਾਡਾ ਵਰਡ ਆਏਗਾ ਦੈਨ costlier than your ਹੁਣ costly costlier costliest ਤਾਂ ਇਹ ਵਾਲੇ ਫਾਰਮ ਹੁੰਦੇ ਆ ਹੁਣ ਦੇਖੋ this book is 50 rupees costlier than yours ਤੋਂ ਸੀ ਪਾਰਟ ਦੇ ਵਿੱਚ ਤੁਹਾਡੀ ਐਰਰ ਸੀ ਤੁਸੀਂ ਇਸ ਤਰੀਕੇ ਨਾਲ ਇਹਨੂੰ ਕਰੈਕਟ ਕਰਨਾ ਹੈ ਹੋਪ ਤੁਹਾਡਾ ਕਨਸੈਪਟ ਹੈ ਜਿਹੜਾ ਸਹੀ ਹੋ ਗਿਆ ਹੋਵੇਗਾ ਸਮਝ ਆ ਗਿਆ ਦੇਖੋ ਜੀ ਨੈਕਸਟ ਕਨਸੈਪਟ ਕਨਸੈਪਟ ਕੀ ਹੈ ਕਿ ਤੁਹਾਡੇ ਕੋਲੇ ਜੇ ਰੈਪੀਟੀਸ਼ਨ ਹੁੰਦੀ ਜਾ ਰਹੀ ਹੈ ਐਡਜੈਕਟਿਵਸ ਦੀ ਫॉर ਐਗਜ਼ਾਮਪਲ ਜਿਵੇਂ ਆਪਾਂ ਯੂਜ਼ ਕੀਤੇ ਹੋਏ ਵਰਡ ਨੇ ਲਿਟਲ ਕੁਆਂਟੀਟੀ ਫਿਊ ਨੰਬਰ ਰਿਟਰਨ ਬੈਕ ਤਾਂ ਹੁਣ ਜੇ ਤੁਹਾਡੇ ਕੋਲੇ ਰੈਪੀਟੀਸ਼ਨ ਹੋ ਰਹੀ ਹੈ ਤਾਂ ਤੁਸੀਂ ਉਹ ਕੀ ਕਰੋਗੇ ਅਵੋਇਡ ਕਰੋਗੇ ਮਤਲਬ ਜਿਹੜੀ ਰੈਪੀਟੀਸ਼ਨ ਹੈ ਉਹ ਯੂਜ਼ ਨਹੀਂ ਕੀਤੀ ਜਾ ਸਕਦੀ ਸੈਂਟੈਂਸ ਦੇ ਵਿੱਚ ਜਿਵੇਂ ਹੁਣ ਲਿਟਲ ਵਰਡ ਦਾ ਆਪਾਂ ਕੀ ਯੂਜ਼ ਕਰਦੇ ਹਾਂ ਲਿਟਲ ਵਰਡ ਆਪਾਂ ਕੁਆਂਟੀਟੀ ਦੱਸਣ ਦੇ ਲਈ ਹੀ ਸ਼ੋ ਕਰਦੇ ਹਾਂ ਲਿਟਲ ਵਰਡ ਦਾ ਯੂਜ਼ ਕੁਆਂਟੀਟੀ ਦੇ ਲਈ ਹੀ ਕੀਤਾ ਜਾਂਦਾ ਸੋ ਇਹਦੇ ਨਾਲ ਅੱਗੇ ਵਰਡ 'ਚ ਕੁਆਂਟੀਟੀ ਲਿਖ ਰਹੇ ਹੋ ਤਾਂ ਉਹ ਰੌਂਗ ਹੋਏਗਾ ਉਹ ਰੈਪੀਟੀਸ਼ਨ ਹੋ ਗਈ ਵਰਡ ਦੀ ਫਿਊ ਦਾ ਯੂਜ਼ ਕੀਤਾ ਜਾਂਦਾ ਨੰਬਰ ਦੱਸਣ ਦੇ ਲਈ ਬਟ ਜੇ ਅੱਗੇ ਵਰਡ ਨੰਬਰ ਯੂਜ਼ ਕਰ ਲਿਆ ਤਾਂ ਫਿਰ ਅਗੇਨ ਰੈਪੀਟੀਸ਼ਨ ਹੋ ਗਈ ਸੋ ਤੁਸੀਂ ਨੰਬਰ ਨੂੰ ਅਵੋਇਡ ਕਰੋਗੇ ਜੇ ਫਿਊ ਵਰਡ ਯੂਜ਼ ਕੀਤਾ ਹੋ ਜੇ ਰਿਟਰਨ ਵਰਡ ਲਿਖਿਆ ਹੋਇਆ ਰਿਟਰਨ ਦਾ ਮਤਲਬ ਵੀ ਵਾਪਸ ਆਉਣਾ ਹੁੰਦਾ ਹੈ ਬੈਕ ਦਾ ਮੀਨਿੰਗ ਵੀ ਫਿਰ ਪਿੱਛੇ ਹੀ ਹੋ ਗਿਆ ਸੋ ਇੱਥੇ ਦੋਵੇਂ ਵਰਡ ਦਾ ਮੀਨਿੰਗ ਹੈ ਤੁਹਾਡੇ ਕੋਲ ਯੂਜ਼ ਕੀਤਾ ਜਾ ਰਿਹਾ ਤਾਂ ਇਹ ਸੁਪਰ ਕਲੋਜ਼ ਹੋਏਗਾ ਤੁਸੀਂ ਯੂਜ਼ ਕਰੋਗੇ ਵਰਡ ਰਿਟਰਨ ਦਾ ਬੈਕ ਦਾ ਯੂਜ਼ ਨਹੀਂ ਕਰਨਾ ਜਿਵੇਂ ਆਪਾਂ ਬੇਸਿਕਲੀ ਬਣਾ ਹੀ ਲੈਣਾ ਹੀ ਰਿਟਰਨਡ ਬੈਕ ਟੂ ਹਿਸ ਹੋਮ ਬਟ ਉੱਥੇ ਤੁਹਾਡਾ ਸਿੰਪਲ ਹੋਣਾ ਚਾਹੀਦਾ ਹੀ ਰਿਟਰਨਡ ਹੋਮ ਹੀ ਰਿਟਰਨ ਬੈਕ ਟੂ ਹਿਸ ਹੋਮ ਇਹ ਵਾਲਾ ਚੀਜ਼ ਹੈ ਜਿਹੜਾ ਤੁਸੀਂ ਯੂਜ਼ ਨਹੀਂ ਕਰ ਸਕਦੇ ਬਿਕਾਜ਼ ਰਿਟਰਨ ਦਾ ਮੀਨਿੰਗ ਵੀ ਸੇਮ ਹੀ ਹੈ ਤੇ ਬੈਕ ਦਾ ਮੀਨਿੰਗ ਵੀ ਸੇਮ ਹੈ ਤੇ ਰੈਪੀਟੀਸ਼ਨ ਹੈ ਜਿਹੜੀ ਆਪਾਂ ਯੂਜ਼ ਨਹੀਂ ਕਰਨੀ ਰਿਪੀਟ ਹੈ ਜਿਹੜਾ ਵਰਡ ਨੂੰ ਨਹੀਂ ਕਰਨਾ ਦੇਖੋ ਜੀ ਇਸੇ ਨਾਲ ਰਿਲੇਟਡ ਇਸੇ ਕੰਸੈਪਟ ਨਾਲ ਰਿਲੇਟਡ ਤੁਹਾਡੇ ਕੁਐਸਚਨ 12 ਨੰਬਰ ਕੁਐਸਚਨ ਹਾਂਜੀ ਪਹਿਲਾਂ ਤੁਸੀਂ ਸੋਲਵ ਕਰਨਾ ਹੈ ਦੇਖੋ ਜੀ A little quantity of sugar is required to meet the present demand। ਤੁਹਾਡੇ ਕੋਲੇ ਅਗੇਨ ਚਾਰ ਪਾਰਟ ਨੇ A, B, C and D ਚੈੱਕ ਕਰਨਾ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਪਲੱਸ ਐਰਰ ਨੂੰ ਕਰੈਕਟ ਕਰਨਾ ਹੈ ਐਰਰ ਦੀ ਕਰੈਕਸ਼ਨ ਕਰਨੀ ਹੈ ਇਹ ਪਾਰਟ ਹੈ ਹਾਂਜੀ ਮੈਨੂੰ ਮਿਲ ਗਿਆ ਇਹ ਪਾਰਟ ਦੇ ਵਿੱਚ ਐਰਰ a little quantity of sugar ਤਾਂ ਕੀ ਐਰਰ ਹੈ ਮੈਂ ਵਰਡ ਯੂਜ਼ ਕੀਤਾ ਲਿਟਲ ਦਾ ਨਾਲ ਮੈਂ ਯੂਜ਼ ਕਰ ਲਿਆ ਕੁਆਂਟੀਟੀ ਹੁਣ ਆਪਾਂ ਪਿੱਛੇ ਡਿਸਕਸ ਕਰਕੇ ਕਿ ਲਿਟਲ ਦਾ ਮੀਨਿੰਗ ਹੀ ਕੁਆਂਟੀਟੀ ਦੇ ਲਈ ਯੂਜ਼ ਕੀਤਾ ਜਾਂਦਾ ਹੈ ਸੋ ਤੁਸੀਂ ਸਿੰਪਲ ਕਰੋਗੇ a little sugar is required to meet the present demands ਤਾਂ ਇਹ ਹੈ ਜਿਹੜਾ ਤੁਹਾਡਾ ਇੱਥੇ ਆਨਸਰ ਹੋਣਾ ਚਾਹੀਦਾ ਹੈ ਇਹ ਦੇ ਵਿੱਚ ਤੁਹਾਡੀ ਐਰਰ ਸੀ ਤੁਸੀਂ ਯੂਜ਼ ਕਰੋਗੇ ਸਿੰਪਲ a little sugar is required to meet the present demands ਹੁਣ ਆਪ ਇਹਦੇ ਵਿੱਚ ਵੀ ਕਾਫੀ ਸਟੂਡੈਂਟਸ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਇੱਕ ਦਾ ਵਰਡ ਆਪਣੇ ਕੋਲੇ ਲਿਟਲ ਹੁੰਦਾ ਹੈ ਇੱਕ a little ਹੁੰਦਾ ਹੈ ਇੱਕ ਆਪਣੇ ਕੋਲੇ ਦੋ ਲਿਟਲ ਹੁੰਦਾ ਸਿਮਿਲਰਲੀ few of ਤੇ ਦਾ ਹੁੰਦਾ ਡਿਫਰੈਂਸ ਕੀ ਹੈ ਲਿਟਲ ਦਾ ਮੀਨਿੰਗ ਹੁੰਦਾ ਬਿਲਕੁਲ ਨਾ ਮਤਲਬ ਨੈਗੇਟਿਵ ਫਾਰਮ ਦੇ ਵਿੱਚ ਆਪਾਂ ਤੁਸੀਂ ਲਿਟਲ ਵਰਡ ਦਾ ਯੂਜ਼ ਕਰਦੇ ਹੋ ਔਰ ਲਿਟਲ ਦਾ ਮੀਨਿੰਗ ਹੁੰਦਾ ਥੋੜਾ ਜਿਹਾ ਆਪਣਾ ਮਤਲਬ ਪੋਜ਼ਿਟਿਵ ਫਾਰਮ ਦੇ ਲਈ ਵਰਡ ਔਰ ਲਿਟਲ ਦਾ ਯੂਜ਼ ਕੀਤਾ ਜਾਂਦਾ ਤੇ ਦਾ ਲਿਟਲ ਦਾ ਮੀਨਿੰਗ ਯੂਜ਼ ਕੀਤਾ ਜਾਂਦਾ ਜਿੰਨਾ ਕੁ ਹੈ ਮਤਲਬ ਪ੍ਰਿਆਪਤ ਹੈ ਸਫੀਸ਼ੀਐਂਟ ਹੈ ਜਿੰਨਾ ਕੁ ਤੁਹਾਡੇ ਕੋਲੇ
ਹੈ ਤਾਂ ਤੁਸੀਂ ਯੂਜ਼ ਕਰਦੇ ਹੋ ਦਾ ਲਿਟਲ ਦਾ। ਤਾਂ ਤੁਸੀਂ ਨੈਗੇਟਿਵ ਫਾਰਮ ਲਈ ਯੂਜ਼ ਕਰ ਰਹੇ ਹੋ ਤਾਂ ਲਿਟਲ ਦਾ ਯੂਜ਼ ਕਰੋਗੇ। ਪੋਜ਼ਿਟਿਵ ਫਾਰਮ ਦੇ ਲਈ ਹੁਣ ਦੇਖੋ ਇੱਥੇ ਸ਼ੂਗਰ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਹ ਮੀਨਿੰਗ ਕਿਵੇਂ ਯੂਜ਼ ਕੀਤਾ ਜਾ ਰਿਹਾ ਪੋਜ਼ਿਟਿਵ ਫਾਰਮ ਦੇ ਲਈ ਤੇ ਪ੍ਰੈਜ਼ੈਂਟ ਡਿਮਾਂਡਸ ਨੂੰ ਜਿਹੜਾ ਕਹਿੰਦੇ ਮੀਟ ਕਰਨ ਦੇ ਲਈ ਇੰਨਾ ਕੁ ਸ਼ੂਗਰ ਬਹੁਤ ਹੈ ਤਾਂ ਤੁਸੀਂ ਯੂਜ਼ ਕਰੋਗੇ ਪੋਜ਼ਿਟਿਵ ਫਾਰਮ ਵਾਲਾ ਦੈਟ ਇਜ਼ ਅ ਲਿਟਲ ਹੀ ਯੂਜ਼ ਕੀਤਾ ਹੈ ਤੇ ਲਿਟਲ ਦਾ ਯੂਜ਼ ਨਹੀਂ ਕੀਤਾ। ਲਿਟਲ ਦਾ ਯੂਜ਼ ਹੁੰਦਾ ਜੇ ਨੈਗੇਟਿਵ ਸੈਂਟੈਂਸ ਹੈ ਪੋਜ਼ਿਟਿਵ ਦੀ ਫਾਰਮ ਦੇ ਵਿੱਚ ਤੁਸੀਂ ਲਿਟਲ ਦਾ ਪਲੱਸ ਜਿੰਨਾ ਕੁ ਤੁਹਾਡੇ ਕੋਲ ਹੈ ਉਹਨਾਂ ਕੁ ਬਹੁਤ ਹੈ ਤਾਂ ਤੁਸੀਂ ਦਾ ਲਿਟਲ ਦਾ ਯੂਜ਼ ਹੈ ਜਿਹੜਾ ਉਹ ਕਰ ਸਕਦੇ ਹੋ। ਸਿਮਿਲਰਲੀ ਤੁਹਾਡਾ ਯੂਜ਼ ਹੁੰਦਾ ਫਿਊ ਆਫ ਯੂ ਤੇ ਦਾ ਫਿਊ ਦਾ ਬਸ ਉੱਥੇ ਕੀ ਆ ਜਾਂਦਾ ਤੁਹਾਡੇ ਕੋਲ ਨੰਬਰਿੰਗ ਦੇ ਲਈ ਤੁਸੀਂ ਫਿਊ ਆਫ ਯੂ ਦਾ ਫਿਊ ਦਾ ਯੂਜ਼ ਕਰਦੇ ਹੋ ਲਿਟਲ ਲਿਟਲ ਦਾ ਲਿਟਲ ਦਾ ਤੁਸੀਂ ਯੂਜ਼ ਕਰਦੇ ਹੋ ਕੁਆਂਟੀਟੀ ਦੇ। ਹਾਂਜੀ 12 ਨੰਬਰ ਕੁਐਸਚਨ ਕਲੀਅਰ ਹੈ ਇਹ ਪਾਰਟ ਦੇ ਵਿੱਚ ਐਰਰ ਕੀ ਹੈ ਤੁਸੀਂ ਲਿਟਲ ਨੂੰ ਕੁਆਂਟੀਟੀ ਫਾਰਮ ਲਈ ਯੂਜ਼ ਕਰਦੇ ਹੋ ਤਾਂ ਇਹਦੇ ਨਾਲ ਜਿਹੜਾ ਕੁਆਂਟੀਟੀ ਵਰਡ ਹੈ ਜਿਹੜਾ ਤੁਸੀਂ ਯੂਜ਼ ਨਹੀਂ ਕਰੋਗੇ ਬਿਕਾਜ਼ ਰੈਪੀਟੀਸ਼ਨ ਆਫ ਵਰਡਸ ਇਜ਼ ਨਾਟ ਅਲਾਉਡ ਇਨ ਇੰਗਲਿਸ਼। ਓਕੇ ਤਾਂ 13 ਨੰਬਰ ਕੁਐਸਚਨ ਹੈ ਜਿਹੜਾ ਤੁਸੀਂ ਸੋਲਵ ਕਰਨਾ ਹੈ ਦੇਖੋ ਜੀ। ਅਗੇਨ ਚਾਰ ਪਾਰਟ ਨੇ A B C and D ਚੈੱਕ ਕਰਨਾ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਪਲੱਸ ਐਰਰ ਨੂੰ ਕਰੈਕਟ ਕਰਨਾ ਹੈ ਦੇਖੋ ਜੀ your essay should not exceed more than 80 word and D ਪਾਰਟ ਤੁਹਾਡਾ no error ਐਸੇ ਦੀ ਗੱਲ ਕੀਤੀ ਜਾ ਰਹੀ ਹੈ should not exceed ਹੁਣ exceed ਦਾ ਮਤਲਬ ਕੀ ਹੁੰਦਾ ਹੈ ਕਿਸੇ ਚੀਜ਼ ਤੋਂ ਮਤਲਬ ਪਹਿਲਾਂ ਵੱਧ ਹੋਣਾ ਨਾ ਤਾਂ more than ਹੁਣ exceed ਦਾ ਮਤਲਬ ਵੀ ਕਿਸੇ ਚੀਜ਼ ਤੋਂ ਵੱਧ ਹੈ ਤੇ more than ਦਾ ਮੀਨਿੰਗ ਵੀ ਸੇਮ ਹੀ ਹੈ ਸੋ ਤੁਸੀਂ more than ਦਾ ਯੂਜ਼ ਨਹੀਂ ਕਰੋਗੇ ਜਦੋਂ exceed word ਹੋ ਗਿਆ ਤਾਂ more than ਉੱਥੇ ਕੀ ਹੋ ਜਾਊਗਾ ਤੁਹਾਡੇ ਕੋਲੇ ਆਪਾਂ ਕਹਿ ਲਓ appropriate ਹੈ ਤੁਸੀਂ ਸਿੰਪਲ ਜਾਂ ਤਾਂ exceed word ਯੂਜ਼ ਕਰੋਗੇ ਜਾਂ more than ਯੂਜ਼ ਕਰੋਗੇ। Your essay should not exceed 80 words ਤੁਹਾਡੀ B ਪਾਰਟ ਦੇ ਵਿੱਚ ਅਸੀਂ ਜਿਹੜੀ ਐਰਰ ਸੀ B ਪਾਰਟ ਨੂੰ ਤੁਸੀਂ ਸਿੰਪਲ ਹੈ ਜਿਹੜਾ ਟਿਕ ਕਰੋਗੇ ਰੈਪੀਟੀਸ਼ਨ ਹੈ ਜਿਹੜੀ ਉਹ ਯੂਜ਼ ਨਹੀਂ ਕੀਤੀ ਜਾਂਦੀ। ਹਾਂਜੀ ਤਾਂ ਲਾਸਟ ਕਨਸੈਪਟ ਜਿਹੜਾ ਆਪਾਂ ਡਿਸਕਸ ਕਰਨਾ ਹੈ ਕਾਫੀ ਸਟੂਡੈਂਟਸ ਨੂੰ ਇਸ ਦੇ ਵਿੱਚ ਜਿਹੜਾ ਹੈਗਾ ਦਿੱਕਤ ਆਉਂਦੀ ਹੈ ਕਿ ਤੁਹਾਡੇ ਕੋਲ ਯੂਜ਼ ਕੀਤੇ ਹੋਏ ਜਿਵੇਂ ਆਪਾਂ ਯੂਜ਼ ਕੀਤੇ ਹੋਏ ਚਾਰ ਫਰੇਜ਼ਸ ਲਿਖਿਆ ਤੁਹਾਡੇ ਕੋਲ ਦੇਖੋ ਤੁਹਾਡੇ ਕੋਲ ਕਿਹੜੀ ਕਿਹੜੀ ਫਰੇਜ਼ ਹੈ ਜਿਹੜੀ ਸਹੀ ਹੈ ਜਾਂ ਕਿਹੜੀ ਫਰੇਜ਼ ਹੈ ਜਿਹੜੀ ਉਹਨਾਂ ਦਾ ਮੀਨਿੰਗ ਹੈ ਉਹ ਰੌਂਗ ਦੇਖੋ ਜੀ ਐਨ 올ਡ ਐਂਡ ਜੰਗ ਮੈਨ ਸੇਮ ਕਨਸੈਪਟ ਆਪਾਂ ਆਰਟੀਕਲ ਦੇ ਵਿੱਚ ਵੀ ਡਿਸਕਸ ਕਰਾਂਗੇ। ਆਰਟੀਕਲਸ ਦੇ ਵਿੱਚ ਤੁਹਾਡਾ ਸੇਮ ਕਨਸੈਪਟ ਆਪਾਂ ਯੂਜ਼ ਕਰਾਂਗੇ ਇੱਥੇ ਤੁਹਾਡੇ ਕੋਲ ਐਡਜੈਕਟਿਵ ਚੱਲ ਰਿਹਾ ਹੈ ਤਾਂ ਐਡਜੈਕਟਿਵ ਦੇ ਵਿੱਚ ਵੀ ਇਹ ਵਾਲਾ ਕਨਸੈਪਟ ਆਪਣਾ ਆਇਆ ਸੋ ਆਪਾਂ ਦੇਖਦੇ ਹਾਂ ਕਿ ਇਹਦਾ ਮੀਨਿੰਗ ਹੈ ਕੀ ਹੈ ਜਿਹੜਾ ਫਰੇਜ਼ ਦਾ ਆਪਾਂ ਯੂਜ਼ ਕਰਾਂਗੇ। ਐਨ 올ਡ ਐਂਡ ਜੰਗ ਮੈਨ ਤਾਂ ਇਹਦਾ ਮੀਨਿੰਗ ਕੀ ਹੋਇਆ ਐਨ 올ਡ ਐਂਡ ਜੰਗ ਮੈਨ ਦਾ ਮੀਨਿੰਗ ਕੀ ਹੈ ਤੁਹਾਡੇ ਕੋਲ ਇੱਕੋ ਪਰਸਨ 올ਡ ਵੀ ਹੈ ਤੇ ਜੰਗ ਵੀ ਹੈ ਉਹਦੀ ਗੱਲ ਕੀਤੀ ਜਾ ਰਹੀ ਹੈ ਕਿ ਇਹ ਹੋ ਸਕਦਾ ਹੈ ਹਾਂ ਵੈਸੇ ਆਪਾਂ ਕਹਿ ਸਕਦੇ ਹਾਂ ਐਨ 올ਡ ਐਂਡ ਜੰਗ ਮੈਨ ਸਹੀ ਹੈ ਬਟ ਤੁਹਾਡੇ ਕੋਲ ਇਹ ਇਲੌਜੀਕਲ ਹੈ ਲੌਜੀਕਲੀ ਜਿਹੜੀ ਇਹ ਚੀਜ਼ ਹੈ ਇਹ ਗੱਲ ਇਲੌਜੀਕਲ ਹੈ ਇਹ ਬਿਕਾਜ਼ ਆਪਣੇ ਕੋਲ ਕੋਈ ਪਰਸਨ 올ਡ ਤੇ ਜੰਗ ਦੋਨੋਂ ਇੱਕੋ ਟਾਈਮ ਦੇ ਉੱਤੇ ਤਾਂ ਹੋ ਨਹੀਂ ਸਕਦਾ ਸੋ ਇਹ ਲੌਜੀਕਲ ਹੈ ਇਹ ਵਾਲੀ ਫਰੇਜ਼ ਤਾਂ ਤੁਹਾਡੀ ਕਦੇ ਵੀ ਸਹੀ ਨਹੀਂ ਹੋਏਗੀ ਐਨ 올ਡ ਐਂਡ ਅ ਜੰਗ ਮੈਨ ਇੱਥੇ ਇਹਦਾ ਮੀਨਿੰਗ ਕੀ ਹੈ ਐਨ 올ਡ ਐਂਡ ਅ ਜੰਗ ਮੈਨ ਤਾਂ ਇੱਥੇ ਇਹਦਾ ਮੀਨਿੰਗ ਹੈ ਜੇ ਦੋ ਪਰਸਨ ਦੀ ਗੱਲ ਕੀਤੀ ਜਾਵੇ ਉੱਥੋਂ ਪਤਾ ਲੱਗੇਗਾ ਜੇ ਤੁਹਾਡੇ ਕੋਲ ਆਰਟੀਕਲ ਅਲੱਗ-ਅਲੱਗ ਯੂਜ਼ ਕੀਤੇ ਜਾ ਰਹੇ ਐਨ 올ਡ ਐਂਡ ਆਰਟੀਕਲ ਅੱਗੇ ਆਪਣੇ ਕੋਲ ਆ ਗਿਆ ਜੰਗ ਤਾਂ ਹੁਣ 올ਡ ਵੀ ਮੈਨ ਹੈ ਤੇ ਜੰਗ ਵੀ ਮੈਨ ਹੈ ਤਾਂ ਹੁਣ ਦੋਵੇਂ ਕੀ ਹੈ ਤੁਹਾਡੇ ਕੋਲ ਕੁਆਲਿਟੀਜ਼ ਸ਼ੋ ਕਰ ਰਹੀਆਂ ਕਾਹਦੇ ਲਈ ਯੂਜ਼ ਕੀਤੇ ਜਾ ਰਹੇ ਮੈਨ ਦੇ ਲਈ ਐਨ 올ਡ ਲੇਡੀ ਐਂਡ ਜੰਗ ਮੈਨ ਜੇ ਅਲੱਗ-ਅਲੱਗ ਤੁਹਾਡੇ ਕੋਲ ਨਾਮ ਦੇ ਲਈ ਇਹ ਯੂਜ਼ ਕੀਤੇ ਜਾ ਰਹੇ ਤੁਸੀਂ ਅਲੱਗ-ਅਲੱਗ ਲਿਖੋਗੇ ਬਟ ਜੇ ਸੇਮ ਦੇ ਲਈ ਯੂਜ਼ ਕੀਤੇ ਜਾ ਰਹੇ ਐਡਜੈਕਟਿਵਸ ਤਾਂ ਤੁਸੀਂ ਸਿੰਪਲ ਇੱਕ ਵਾਰ ਆ ਜਿਹੜਾ ਵਰਡ ਲਿਖੋਗੇ ਨਾਉ ਦੈਟ ਇਜ਼ ਮੈਨ ਅੱਗੇ ਦੇਖੋ ਥਰਡ ਨੰਬਰ ਸੋ ਇਹ ਜਿਹੜਾ ਬੀ ਵਾਲਾ ਸੀ ਇਹ ਫਰੇਜ਼ ਸਹੀ ਹੈ ਐਨ 올ਡ ਐਂਡ ਜੰਗ ਮੈਨ ਮੈਂ ਤੁਹਾਨੂੰ ਦੱਸਿਆ ਹੀ ਹੈ ਐਨ 올ਡ ਐਂਡ ਜੰਗ ਮੈਨ ਤਾਂ ਇੱਕੋ ਪਰਸਨ ਆ 올ਡ ਤੇ ਜੰਗ ਇੱਕੋ ਟਾਈਮ ਦੇ ਉੱਤੇ ਨਹੀਂ ਹੋ ਸਕਦਾ ਸੈਕਿੰਡ ਚੀਜ਼ ਤੁਹਾਡੇ ਕੋਲ ਇੱਥੇ ਮੈਨ ਦਾ ਯੂਜ਼ ਕੀਤਾ ਹੋਇਆ ਤੇ ਮੈਨ ਦਾ ਯੂਜ਼ ਇਹਦੇ ਨਾਲ ਨਹੀਂ ਹੋਏਗਾ ਮੈਨ ਦਾ ਯੂਜ਼ ਹੋਏਗਾ ਵੈਸੇ ਵੀ ਇਹ ਫਰੇਜ਼ ਹੈ ਜਿਹੜੀ ਤੁਹਾਡੀ ਰੌਂਗ ਹੈ ਇਹਦਾ ਯੂਜ਼ ਹੈ ਇੱਥੇ ਇਨਕਰੈਕਟ ਅੱਗੇ ਦੇਖੋ ਜੀ ਐਨ 올ਡ ਐਂਡ ਜੰਗ ਮੈਨ ਇੱਥੇ ਵੀ ਤੁਸੀਂ ਦੇਖੋਗੇ ਐਨ 올ਡ ਐਂਡ ਜੰਗ ਜਿਹਨੇ ਕਿ ਮੈਨ ਦਾ ਯੂਜ਼ ਕੀਤਾ ਹੈ ਇਹ ਸਿੰਗੂਲਰ ਫਾਰਮ ਹੋਣੀ ਚਾਹੀਦੀ ਸਿੰਗੂਲਰ ਨਾउन ਹੋਣਾ ਚਾਹੀਦਾ ਤੁਹਾਡੇ ਕੋਲੇ ਜੇ ਯੂਜ਼ ਕਰ ਰਹੇ ਹੋ ਤੁਸੀਂ ਆਫਟਰ ਐਡਜੈਕਟਿਵ ਯੂਜ਼ ਸੇਮ ਪਰਸਨ ਦੇ ਲਈ ਤੁਸੀਂ ਦੋ ਐਡਜੈਕਟਿਵਸ ਯੂਜ਼ ਕਰ ਰਹੇ ਹੋ ਇੱਥੇ ਕੋਈ ਪਰਸਨ ਆਪਣੇ ਕੋਲੇ 올ਡ ਹੈ ਤੇ ਜੰਗ ਹੈ ਤਾਂ ਤੁਸੀਂ ਸਿੰਪਲ ਯੂਜ਼ ਕਰੋਗੇ ਮੈਨ ਦਾ ਇਹਨੂੰ ਚਾਹੇ ਤਾਂ ਲਿਖ ਲਓ ਐਨ 올ਡ ਮੈਨ ਐਂਡ ਸੈਕਿੰਡ ਤੁਸੀਂ ਲਿਖ ਲਓ ਜੰਗ ਮੈਨ ਭਾਵੇਂ ਤੁਸੀਂ ਸਿੰਪਲ ਯੂਜ਼ ਕਰ ਲਓ ਐਨ 올ਡ ਐਂਡ ਜੰਗ ਮੈਨ ਬਿਕਾਜ਼ ਦੋਵੇਂ ਕੀ ਆਪਣੇ ਕੋਲੇ ਮੈਨ ਹੀ ਨੇ 올ਡ ਵੀ ਮੈਨ ਹੈ ਤੇ ਜੰਗ ਵੀ ਮੈਨ ਹੈ ਪਰਸਨ ਦੋ ਨੇ ਬਟ ਜਿਹੜੇ ਕੁਆਲਿਟੀਜ਼ ਨੇ ਇੱਕ ਪਰਸਨ 올ਡ ਹੈ ਤੇ ਦੂਸਰਾ ਪਰਸਨ ਕੀ ਹੈ ਜੰਗ ਹੈ ਤਾਂ ਤੁਸੀਂ ਕੀ ਯੂਜ਼ ਕਰੋਗੇ ਇੱਕ ਵਾਰ ਦੇ ਫਾਰਮ ਦੇ ਵਿੱਚ ਮੈਨ ਦਾ ਯੂਜ਼ ਕਰ ਲਓਗੇ ਜਿਵੇਂ ਆਪਾਂ ਸੈਕਿੰਡ ਨੰਬਰ ਸੈਂਟੈਂਸ ਯੂਜ਼ ਕਰਕੇ ਆਏ ਹਾਂ ਚਾਹੇ ਤਾਂ ਤੁਸੀਂ ਲਿਖ ਲਓ ਅਲੱਗ-ਅਲੱਗ ਮੈਨ ਐਨ 올ਡ ਮੈਨ ਐਂਡ ਜੰਗ ਮੈਨ ਤਾਂ ਅਗੇਨ ਤੁਸੀਂ ਰੈਪੀਟੀਸ਼ਨ ਹੈ ਜਿਹੜੀ ਉਹ ਥੋੜੀ ਜਿਹੀ ਆਪਾਂ ਕਹਿ ਲੈਂਦੇ ਹਾਂ ਸੈਂਟੈਂਸ ਨੂੰ ਵਧੀਆ ਤਰੀਕੇ ਨਾਲ ਲਿਖਣ ਦੇ ਲਈ ਤੁਸੀਂ ਇੱਕ ਵਾਰ ਮੈਨ ਨੂੰ ਲਿਖ ਲੈਣੇ ਉਹ ਲਿਖ ਲੈਣੇ ਤੁਸੀਂ ਲਾਸਟ ਦੇ ਉੱਤੇ ਜੇ ਤੁਹਾਡੇ ਕੋਲ ਸੇਮ ਪਰਸਨ ਸੇਮ ਜਿਹੜਾ ਨਾउन ਹੈ ਉਹ ਦੋ ਕੁਆਲਿਟੀਜ਼ ਸ਼ੋ ਕਰ ਰਿਹਾ ਅਲੱਗ-ਅਲੱਗ ਪਰਸਨ ਦੇ ਲਈ ਯੂਜ਼ ਕੀਤਾ ਜਾ ਰਿਹਾ ਸੋ ਇਸ ਤਰੀਕੇ ਨਾਲ ਜਿਹੜੇ ਤੁਹਾਡੇ ਵਰਡ ਹੈ ਜਿਹੜੇ ਉਹ ਯੂਜ਼ ਕੀਤੇ ਜਾਂਦੇ ਆਈ ਹੋਪ ਤੁਹਾਨੂੰ ਅੱਜ ਦੀ ਕਲਾਸ ਹੈ ਜਿਹੜੀ ਉਹ ਪੂਰੇ ਚੰਗੇ ਤਰੀਕੇ ਨਾਲ ਤੁਹਾਡੇ ਕਨਸੈਪਟ ਕਲੀਅਰ ਹੋਏਗੇ ਇਹਦੇ ਨਾਲ ਹੀ ਆਪਾਂ ਅੱਜ ਦੀ ਕਲਾਸ ਹੈ ਜਿਹੜੀ ਕਰਦੇ ਹਾਂ ਜੀ ਓਵਰ ਥੈਂਕਸ ਫॉर ਵਾਚਿੰਗ